ਨਾਮ, ਇੱਜ਼ਤ, ਸ਼ੋਹਰਤ, ਬੁਲੰਦੀ, ਇਹਨਾਂ ਚੀਜ਼ਾਂ ਦੇ ਨਾਮ ਅਸੀਂ ਅਕਸਰ ਸੁਣੇ ਨੇ ਔਰ ਹਰ ਕਿਸੇ ਦੀ ਇਹ ਤਮੰਨਾ ਹੁੰਦੀ ਹੈ ਕਿ ਮੈਨੂੰ ਮਿਲਣ। ਅੱਜ ਜਿਸ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ, ਉਹਨਾਂ ਨੇ ਸਭ ਕੁਝ ਹਾਸਿਲ ਕੀਤਾ ਹੈ ਔਰ ਬੜੀ ਬਖੂਬੀ ਹਾਸਿਲ ਕੀਤਾ ਹੈ। ਔਰ ਇਸ ਸਭ ਨੂੰ ਹਾਸਿਲ ਕਰਨ ਤੋਂ ਬਾਅਦ ਵੀ ਉਹ ਅੱਜ ਵੀ ਉਵੇਂ ਹੀ ਜਿਵੇਂ ਸ਼ੁਰੂ 'ਚ ਡਾਊਨ ਟੂ ਅਰਥ ਯਾਨੀ ਜ਼ਮੀਨ ਦੇ ਨਾਲ ਜੁੜੇ ਹੋਏ ਸਨ, ਅੱਜ ਵੀ ਉਨੀ ਹੀ ਹਲੀਮੀ ਦੇ ਨਾਲ ਦੁਨੀਆ 'ਚ ਵਿਚਰਦੇ ਨੇ। ਕਲਾ ਦੀ ਦੁਨੀਆ ਦੇ ਵਿੱਚ ਉਹਨਾਂ ਦਾ ਰਿਸ਼ਤਾ ਉਦੋਂ ਤੋਂ ਹੈ ਜਦੋਂ ਤੋਂ ਸ਼ਾਇਦ ਮੇਰੀ ਉਮਰ ਦੇ ਜਿਹੜੇ ਨੌਜਵਾਨ ਨੇ ਉਹ ਇਸ ਦੁਨੀਆ 'ਚ ਵੀ ਨਹੀਂ ਆਏ ਸੀ। ਉਸ ਸਮੇਂ ਤੋਂ ਉਹ ਤੁਹਾਡੇ ਰੂਬਰੂ ਹੁੰਦੇ ਆ ਰਹੇ ਨੇ। ਤੁਸੀਂ ਉਹਨਾਂ ਨੂੰ ਫਿਲਮਾਂ ਦੇ ਜ਼ਰੀਏ, ਟੈਲੀਵਿਜ਼ਨ ਦੇ ਜ਼ਰੀਏ ਔਰ ਰੇਡੀਓ ਦੇ ਜ਼ਰੀਏ, ਇੱਥੋਂ ਤੱਕ ਕਿ ਥੀਏਟਰ ਯਾਨੀ ਰੰਗਮੰਚ ਦੇ ਜ਼ਰੀਏ ਵੀ ਬਹੁਤ ਵਾਰ ਦੇਖਿਆ ਹੈ। ਕੌਣ ਨੇ ਉਹ, ਇਹ ਮੈਂ ਨਹੀਂ ਦੱਸਾਂਗਾ। ਇਹ ਤੁਹਾਡੇ ਵਾਸਤੇ ਇੱਕ ਕਲਿੱਪ ਹੈ, ਉਹਦੇ ਤੋਂ ਤੁਸੀਂ ਆਪਣੇ ਆਪ ਸਮਝ ਜਾਓਗੇ। ਨਾ ਕੀ ਗੱਲ, ਗਿੱਧਾ ਖਤਮ ਹੋ ਗਿਆ? ਮੁੜ ਕਿਉਂ ਆਈ ਆ? ਬੋਲਦੀ ਕਿਉਂ ਨਹੀਂ ਪਈ? ਮੁੜ ਕਿਉਂ ਆਈ ਆ? ਮੈਂ ਥੱਕ ਗਈ ਸੀ, ਮੇਰੇ ਤੋਂ ਖੜਿਆ ਨਹੀਂ ਸੀ ਜਾਂਦਾ। ਮੇਲ ਤਾਂ ਚੋਖਾ ਆਇਆ ਲੱਗਦਾ। ਉੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਸੀ। ਲੈ ਸੁਣ ਲਓ, ਤਰ੍ਹਾਂ ਤਰ੍ਹਾਂ ਦੇ ਲੋਕ ਦੱਸਦੇ ਆ। ਉੱਥੇ ਕਿਤੇ ਕੋਈ ਅੱਲੋਕਾਰੀ ਹੋਈ ਹੈ? ਇੱਕੋ ਮੁੱਛਲਦਾੜੀਆ ਚੋਰ ਜਿਹਾ ਅਥਰੂ ਅੱਖਾਂ ਪਾੜ ਪਾੜ ਕੇ ਦੇਖਦਾ ਸੀ। ਕਿਉਂ ਦੀਨਾ ਨਹੀਂ ਸੀ ਆਇਆ? ਦੀਨਾ ਕਿਹੜਾ? ਕਿਹੜਾ ਦੀਨਾ? ਦੀਨੇ ਕਿਤੇ ਪਿੰਡ 'ਚ 50 ਨੇ? ਨਹੀਂ, ਉਹੀ ਕਬੂਤਰਾਂ ਵਾਲਾ ਦੀਨਾ, ਆਪਣਾ ਲੋਰੀਆਂ ਦਾ ਮੁੰਡਾ। ਅੱਛਾ, ਉਹ ਤਾਂ ਨਹੀਂ ਦੇਖਿਆ। ਚਲੋ ਠੀਕ ਹੈ, ਰੋਟੀ ਪਾਣੀ ਦਾ ਆਰ ਪਾਰ ਕਰੋ, ਮੈਂ ਫਿਰ ਕੰਮ ਤੇ ਜਾਣਾ। ਸਾਡੀ ਖੁਸ਼ਕਿਸਮਤੀ ਕਿ ਅੱਜ ਸਾਡੇ ਨਾਲ ਆਪ ਨਿਸ਼ਾ ਪ੍ਰਸ਼ਾਂਤ ਜੀ ਮੌਜੂਦ ਨੇ। ਆਓ ਇਹਨਾਂ ਦੇ ਨਾਲ ਮਿਲਦੇ ਹਾਂ। ਮੈਮ, ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲੇ ਤੁਹਾਡੇ ਆਪਣੀ ਦੂਰਦਰਸ਼ਨ ਦੇ ਵਿੱਚ। ਮੇਰੇ ਪਿਆਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਿਸ਼ਾ ਜੀ, ਤੁਸੀਂ ਦੂਰਦਰਸ਼ਨ ਦੇ ਨਾਲ ਲਗਭਗ ਕਾਫੀ ਸਾਲਾਂ ਤੋਂ ਜੁੜੇ ਹੋ ਔਰ ਕਦੋਂ ਤੋਂ ਜੁੜੇ ਹੋ, ਜੇ ਸਾਡੇ ਦਰਸ਼ਕਾਂ ਨਾਲ ਇਹ ਸਾਂਝ ਪਾ ਸਕੋ। ਸੁਖਵਿੰਦਰ, ਦਰਅਸਲ ਮੈਂ ਦਿੱਲੀ ਦੂਰਦਰਸ਼ਨ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਦੂਰਦਰਸ਼ਨ ਦੇ ਨਾਲ 1973 'ਚ, 1973 'ਚ। ਵਾਹ ਵਾਹ। ਉਦੋਂ ਸਾਡੇ ਜਲੰਧਰ ਦੂਰਦਰਸ਼ਨ ਨਹੀਂ ਸੀ ਆਇਆ, ਉੱਥੋਂ ਸ਼ੁਰੂ ਕੀਤਾ ਜੀ। ਤੇ ਬਾਅਦ 'ਚ ਜਦੋਂ ਜਲੰਧਰ ਦੂਰਦਰਸ਼ਨ ਆਇਆ ਤੇ ਲਗਾਤਾਰ ਮੈਂ ਇੱਥੇ ਜੁੜੀ ਔਰ ਉਹਦੀ ਝਲਕ ਵੀ ਅਸੀਂ ਦੇਖੀ। ਹਾਂਜੀ, ਬੇਸ਼ੁਮਾਰ ਯਾਦਾਂ ਨੇ ਤੁਹਾਡੀਆਂ ਔਰ ਉਹ ਜਿਹਨੂੰ ਅਸੀਂ ਗੋਲਡਨ ਈਰਾ ਕਹਿ ਦਿੰਦੇ ਹਾਂ, ਸਵਰਨਿਮ ਯੁੱਗ ਕਹਿ ਦਿੰਦੇ ਹਾਂ, ਸੁਨਹਿਰੀ ਦੌਰ ਕਹਿ ਦਿੰਦੇ ਹਾਂ। ਉਸ ਦੌਰ ਦੇ ਵਿੱਚ ਵੀ ਤੁਸੀਂ ਉਸ ਸਮੇਂ ਦੇ ਬਿਹਤਰੀਨ ਡਾਇਰੈਕਟਰਸ ਦੇ ਨਾਲ ਵੀ ਕੰਮ ਕੀਤਾ, ਜਿਨ੍ਹਾਂ 'ਚੋਂ ਜਸਪਾਲ ਭੱਟੀ ਵੀ ਸਨ। ਬਿਲਕੁਲ। ਤੇ ਇੰਨਾ ਸਾਰਾ ਤੁਹਾਡਾ ਸਫ਼ਰ ਰਿਹਾ ਹੈ। ਇਸ ਸਫ਼ਰ ਦੇ ਵਿੱਚ ਤੁਸੀਂ ਬਤੌਰ ਅਦਾਕਾਰ ਵੀ ਕੰਮ ਕੀਤਾ, ਬਤੌਰ ਸਕਰੀਨ ਪਲੇ ਵੀ ਤੁਸੀਂ ਰਾਈਟਰ ਦੇ ਤੌਰ 'ਤੇ, ਲੇਖਕ ਦੇ ਤੌਰ 'ਤੇ ਕੰਮ ਕੀਤਾ, ਪ੍ਰੋਡਕਸ਼ਨ 'ਚ ਵੀ ਤੁਸੀਂ ਕੰਮ ਕੀਤਾ। ਮੇਰਾ ਨਹੀਂ ਖਿਆਲ ਕਿ ਐਕਟਿੰਗ ਜਾਂ ਇਸ ਕਲਾ ਦੀ ਦੁਨੀਆ ਦਾ ਕੋਈ ਖੇਤਰ ਇਹੋ ਜਿਹਾ ਹੋਵੇਗਾ ਜਿਹੜਾ ਤੁਹਾਡੀ ਪਕੜ 'ਚ ਨਾ ਆਇਆ ਹੋਵੇ। ਇਸ ਐਡੇ ਵੱਡੇ ਸਫ਼ਰ ਦੀ ਸ਼ੁਰੂਆਤ ਮੈਂ ਕਿੱਥੋਂ ਕਰਾਂ, ਮੈਨੂੰ ਤਾਂ ਨਹੀਂ ਸਮਝ ਆ ਰਿਹਾ। ਪਰ ਮੈਂ ਜ਼ਰੂਰ ਜਾਣਦਾ ਕਿ ਤੁਹਾਨੂੰ ਜ਼ਰੂਰ ਇਸ ਚੀਜ਼ ਦੀ ਸਮਝ ਹੈ, ਕਿਉਂਕਿ ਤੁਸੀਂ ਸਕ੍ਰਿਪਟ ਨੂੰ ਐਡਿਟ ਵੀ ਕਰਦੇ ਹੋ, ਉਹਨੂੰ ਛੋਟਾ ਵੱਡਾ ਸਾਰਾ ਕੁਝ ਕਰਨਾ ਜਾਣਦੇ ਹੋ। ਤਾਂ ਅਸੀਂ ਕਿੱਥੋਂ ਤੰਦ ਸ਼ੁਰੂ ਕਰੀਏ? ਮੈਂ ਤੇ ਇਹ ਕਹਿਣਾ ਚਾਹਾਂਗੀ ਕਿ ਇੰਨੀ ਕਾਬਲ ਮੈਂ ਨਹੀਂ ਹਾਂ ਕਿ ਮੇਰੀ ਪਕੜ 'ਚ ਸਾਰੀਆਂ ਚੀਜ਼ਾਂ ਹੈ। ਬਸ ਉਸ ਮਾਲਿਕ ਨੇ ਜੋ ਮੇਰੇ ਕੋਲੋਂ ਕਰਵਾ ਦਿੱਤਾ ਉਹ ਮੈਂ ਕੀਤਾ। ਠੀਕ। ਸਕੂਲਿੰਗ ਤੋਂ ਅਸੀਂ ਸ਼ੁਰੂ ਕਰੀਏ, ਫਿਰ ਕਾਲਜ, ਤੁਹਾਡਾ ਸ਼ੁਰੂ ਤੋਂ ਹੀ ਕਲਾ ਦੇ ਨਾਲ ਜੁੜਾਵ ਰਿਹਾ ਹੈ? ਬਿਲਕੁਲ, ਗॉड ਗਿਫਟਡ ਸੀ। ਸਕੂਲ ਤੋਂ ਹੀ ਮੈਨੂੰ ਨਹੀਂ ਪਤਾ ਸੀ ਕਿ ਕਿਸ ਤਰ੍ਹਾਂ ਮੇਰੇ ਅੰਦਰ ਸੀ ਔਰ ਘਰ ਦੇ ਵਿੱਚ ਮਾਹੌਲ ਵੀ ਐਸਾ ਸੀ। ਮੇਰੇ ਫਾਦਰ, ਪੱਤਰਕਾਰੀ ਦਾ ਮਾਹੌਲ ਸੀ। ਹਾਂ, ਤੇ ਫਾਦਰ ਇੰਸਪਾਇਰ ਕਰਦੇ ਸੀ। ਸਾਡੇ ਫਾਦਰ ਨੇ ਕਦੀ ਇਹ ਫਰਕ ਨਹੀਂ ਸਮਝਿਆ ਕਿ ਕੁੜੀਆਂ ਨੂੰ ਇਹ ਨਹੀਂ ਕਰਨ ਦੇਣਾ ਤੇ ਮੁੰਡਿਆਂ ਨੂੰ ਕਰਨ ਦੇਣਾ, ਤੇ ਉਹਨਾਂ ਨੇ ਇੰਸਪਾਇਰ ਕੀਤਾ ਤੇ ਅਸੀਂ ਕਰਦੇ ਚਲੇ ਗਏ। ਸਕੂਲ ਤੋਂ ਹੀ ਮੈਂ ਪਲੇਜ਼ ਵਗੈਰਾ 'ਚ ਹਿੱਸਾ ਲੈਂਦੀ ਸੀ। ਸਾਡੇ ਇੱਕ ਵਾਰੀ ਆਲ ਇੰਡੀਆ ਰੇਡੀਓ ਦੀ ਟੀਮ ਆਈ ਸੀ ਸਕੂਲ। ਅੱਛਾ। ਤੇ ਉਹਨਾਂ ਨੇ ਸਾਡਾ ਪ੍ਰੋਗਰਾਮ ਦੇਖ ਕੇ, ਇੱਕ ਸਕਿੱਟ ਦੇਖ ਕੇ, ਤੇ ਸਾਨੂੰ ਲੈ ਕੇ ਗਏ ਰੇਡੀਓ ਸਟੇਸ਼ਨ। ਉਦੋਂ ਮੈਂ 7-8 ਸਾਲ ਦੀ ਹੋਵਾਂਗੀ। ਅੱਛਾ। ਤੇ ਉੱਥੇ ਉਹਨਾਂ ਦੇ ਨਾਲ, ਉਹਨਾਂ ਦੇ ਮੰਨੇ ਪਰਵੰਨੇ ਆਰਟਿਸਟ ਜਿਹੜੇ ਹੁੰਦੇ ਸੀਗੇ ਉਸ ਟਾਈਮ ਦੇ, ਉਹਨਾਂ ਦੇ ਨਾਲ ਅਸੀਂ ਪਲੇ ਕੀਤਾ ਉਹ ਵਾਲਾ। ਉਦੋਂ ਤੋਂ ਫਿਰ ਰੇਡੀਓ ਦਾ ਸ਼ੁਰੂ ਹੋ ਗਿਆ ਸਫ਼ਰ ਸਾਡਾ।
ਬਾਅਦ ਚ ਜਦੋਂ ਅੱਛਾ ਨਿਸ਼ਾ ਜੀ, ਇੱਕ ਨਾ ਉਮਰ ਹੁੰਦੀ ਹੈ ਬਚਪਨ ਦੀ, ਜਦੋਂ ਨਾ ਅਸੀਂ ਅਚੇਤ ਰੂਪ ਦੇ ਵਿੱਚ ਕੋਈ ਕੰਮ ਕਰ ਰਹੇ ਹੁੰਦੇ ਪਰ ਸਾਨੂੰ ਉਹਦੀ ਸਮਝ ਨਹੀਂ ਹੁੰਦੀ ਵੀ ਇਹਨੂੰ ਐਕਟਿੰਗ ਕਹਿੰਦੇ ਆ ਜਾਂ ਇਹਨੂੰ ਪੇਂਟਿੰਗ ਕਹਿੰਦੇ ਆ ਜਾਂ ਇਹਨੂੰ ਸ਼ਾਇਰੀ ਕਹਿੰਦੇ ਆ। ਫਿਰ ਉਮਰ ਦੇ ਨਾਲ ਇੱਕ ਸਮਾਂ ਇਹੋ ਜਿਹਾ ਆਉਂਦਾ ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਹਾਂ ਇਹਨੂੰ ਐਕਟਿੰਗ ਕਹਿੰਦੇ ਆ ਜੋ ਮੈਂ ਕਰ ਰਹੀ ਸੀ। ਸੋ ਤੁਸੀਂ ਗੈਰ ਰਸਮੀ ਤੌਰ ਤੇ ਤਾਂ ਕੰਮ ਕਰ ਹੀ ਰਹੇ ਸੀ, ਫਿਰ ਕੋਈ ਇਹੋ ਜਿਹਾ ਸਮਾਂ ਵੀ ਆਇਆ ਜਦੋਂ ਤੁਹਾਨੂੰ ਇਹ ਅਹਿਸਾਸ ਹੋਇਆ ਕਿ ਨਹੀਂ ਇਹ ਐਕਟਿੰਗ ਹੈ ਔਰ ਮੈਨੂੰ ਆਂਦੀ ਹੈ? ਇਹ ਨਹੀਂ ਕਹਿ ਸਕਦੇ ਅਸੀਂ। ਜਿੱਥੇ ਸਾਨੂੰ ਲੱਗ ਗਿਆ ਕਿ ਸਾਨੂੰ ਕੁਝ ਆਉਂਦਾ ਆਉਂਦਾ ਹੈ ਹੈ। ਉੱਥੇ ਅਸੀਂ ਖਤਮ ਹੋ ਜਾਂਦੇ ਹਾਂ। ਅੱਛਾ। ਇਹ ਲਰਨਿੰਗ ਪ੍ਰੋਸੀਜਰ ਹੈ, ਸਾਰੀ ਉਮਰ ਵੀ ਚੱਲਦਾ ਰਹੇ ਤਾਂ ਵੀ ਸਾਨੂੰ ਲੱਗਦਾ ਕਿ ਨਹੀਂ ਸਾਨੂੰ ਕੁਝ ਨਹੀਂ ਆਉਂਦਾ। ਆਪਣੀ ਕੀਤੀ ਹੋਈ ਅਦਾਕਾਰੀ ਵੀ ਦੇਖ ਕੇ ਸਾਨੂੰ ਲੱਗਦਾ ਕਿ ਨਹੀਂ ਇਹ ਤੋਂ ਬਿਹਤਰ ਹੋ ਸਕਦਾ ਸੀ। ਅੱਛਾ, ਅੱਜ ਵੀ ਲੱਗਦਾ? ਹਾਂ ਬਿਲਕੁਲ ਲੱਗਦਾ, ਇਮਾਨਦਾਰੀ ਨਾਲ ਦੱਸਦੀ ਪਈ ਔਰ ਹੈ ਵੀ। ਪਰਫੈਕਸ਼ਨ ਨਾਮ ਦੀ ਚੀਜ਼ ਨਹੀਂ ਹੁੰਦੀ ਸਾਡੇ 'ਚ, ਕਿਸੇ 'ਚ ਵੀ ਨਹੀਂ ਹੁੰਦੀ। ਪਰਫੈਕਟ ਤੇ ਉਹੀ ਬਸ ਪਰਮਪਿਤਾ ਪਰਮਾਤਮਾ ਹੀ ਹੈ। ਬਿਲਕੁਲ ਸਹੀ। ਤੇ ਤੁਸੀਂ ਜਿਹੜੀ ਗ੍ਰੈਜੂਏਸ਼ਨ ਕੀਤੀ ਉਹ ਤਾਂ ਤੁਹਾਡੀ 뮤직 ਦੇ ਵਿੱਚ ਹੈ ਨਾ? ਮਿਊਜ਼ਿਕ 'ਚ ਮੇਰਾ ਪੈਸ਼ਨ ਵੀ ਮਿਊਜ਼ਿਕ ਹੀ ਸੀ ਔਰ ਮੈਂ ਮਿਊਜ਼ਿਕ 'ਚ ਮਿਊਜ਼ਿਕ ਆਨਰਸ ਕੀਤਾ। ਹਾਂ। ਤੇ ਉਹ 뮤직 ਫਿਰ ਉਸ ਤੋਂ ਬਾਅਦ ਕੰਟੀਨਿਊ ਨਹੀਂ ਕੀਤਾ, ਤੁਸੀਂ ਜਾਰੀ ਨਹੀਂ ਰੱਖਿਆ? ਕੁਝ ਮਜਬੂਰੀਆਂ ਸੀ ਜਾਂ ਕਿ ਤੁਹਾਨੂੰ ਲੱਗਾ ਕਿ ਨਹੀਂ 뮤직 ਤੋਂ ਜ਼ਿਆਦਾ ਮੈਨੂੰ ਜਿਹੜਾ ਉਹ ਐਕਟਿੰਗ ਜ਼ਿਆਦਾ ਅੱਛੀ ਲੱਗ ਰਹੀ ਹੈ? ਕੀ ਉਸ ਸਮੇਂ, ਕਿਉਂਕਿ ਬਹੁਤ ਸਾਰੇ ਉਸ ਸਮੇਂ ਹੁੰਦੇ ਆ ਨਾ ਕਿ ਮੈਂ ਇੱਧਰ ਨੂੰ ਚਲੇ ਜਾਵਾਂ ਜਾਂ ਇੱਧਰ ਨੂੰ ਚਲੇ ਜਾਵਾਂ ਜਾਂ ਆਹ ਕਰ ਲਵਾਂ, ਤੇ ਜੇ ਘਰ ਵੱਲੋਂ ਸਪੋਰਟ ਮਿਲਦਾ ਫਿਰ ਤਾਂ ਬੰਦਾ ਕੁਝ ਵੀ ਕਰ ਸਕਦਾ ਹੈ। ਨਹੀਂ, ਐਸੀ ਗੱਲ ਨਹੀਂ ਸੀ ਕਿ ਮਿਊਜ਼ਿਕ 'ਚ ਨਹੀਂ ਜਾ ਸਕਦੀ ਸੀ, ਲੇਕਿਨ ਨਾਲੋਂ ਨਾਲ ਹੀ ਜਦੋਂ ਇਹ ਐਕਟਿੰਗ ਲਾਈਨ ਦੇ ਵਿੱਚ ਆ ਗਈ ਤੇ ਇਹ ਜ਼ਿਆਦਾ ਪ੍ਰਭਾਵੀ ਹੁੰਦੀ ਗਈ ਮੇਰੇ ਤੇ। ਅੱਛਾ। ਮਿਊਜ਼ਿਕ ਮੈਂ ਪ੍ਰੋਫੈਸ਼ਨਲੀ ਨਹੀਂ ਕਰਦੀ, ਅਦਰਵਾਈਜ਼ ਜਿੱਦਾਂ ਇੱਕ ਸੁਭਾਅ ਜਿਹਾ ਬਣ ਜਾਂਦਾ ਹੈ ਗੁੰਗਣਾਉਣਾ ਜਾਂ ਮਿਊਜ਼ਿਕ ਸੁਣਨਾ ਬਹੁਤ ਅੱਛਾ ਲੱਗਦਾ ਹੈ ਤੇ ਉਹ ਕੰਟੀਨਿਊਸਲੀ ਕਰਦੀ ਹਾਂ। ਲੇਕਿਨ ਉਹੀ ਕੀ ਹੈ ਕਿ ਰੱਬੀ ਬਹਾਵ ਜਿਹੜਾ ਹੈਗਾ ਉਹ ਜਿੱਧਰ ਲੈ ਗਿਆ ਬਸ ਉਧਰ ਤੁਰ ਪਏ। ਅੱਛਾ, ਤੁਸੀਂ ਤਾਂ ਗੋਲਡਨ ਈਰਾ, ਤੁਸੀਂ ਮੈਂ ਪਹਿਲੇ ਵੀ ਕਹਿ ਚੁੱਕਾ ਵਾਂ, ਭੱਟੀ ਸਾਹਿਬ ਨਾਲ ਤੁਹਾਡੀਆਂ ਯਾਦਾਂ ਨੇ। ਕਿੱਦਾਂ ਦਾ ਸਫ਼ਰ ਰਿਹਾ ਉਸ ਸਮੇਂ ਜਦੋਂ ਉਹ ਪਹਿਲੇ ਉਲਟਾ ਪੁਲਟਾ ਕਰਦੇ ਸੀ, ਫਿਰ ਉਸ ਤੋਂ ਬਾਅਦ ਫਲॉप ਸ਼ੋ ਲੈ ਕੇ ਆਏ ਉਹ? ਬਿਲਕੁਲ, ਉਹਨਾਂ ਦੇ ਨਾਲ ਮੈਂ ਉਲਟਾ ਪੁਲਟਾ 'ਚ ਵੀ ਕੀਤਾ ਔਰ ਫਲॉप ਬਲੈਕ ਐਂਡ ਵਾਈਟ ਦੇ ਉਸ ਫਾਰਮੈਟ 'ਚ ਉਸ ਵੇਲੇ ਚੱਲਦਾ ਸੀ। ਹਾਂਜੀ ਹਾਂਜੀ। ਲੇਕਿਨ ਜਦੋਂ ਇੰਨੇ ਫਲॉप ਸ਼ੋ ਪੁਰਾਣੇ ਆਇਆ, ਲੱਗਦੇ ਤਾਂ ਨਹੀਂ ਤੁਸੀਂ? ਨਹੀਂ ਨਹੀਂ ਮੈਂ ਬਹੁਤ ਪੁਰਾਣੀ ਹਾਂ। ਅੱਛਾ ਅੱਛਾ, ਉਲਟਾ ਪੁਲਟਾ 'ਚ ਵੀ ਸੀ ਹਾਂ, ਤੁਸੀਂ? ਉਲਟਾ ਪੁਲਟਾ 'ਚ ਵੀ ਕੀਤਾ ਔਰ ਉਸ ਤੋਂ ਬਾਅਦ ਰੰਗੀਨ ਆ ਗਿਆ ਸੀ ਜਦੋਂ। ਫਲॉप ਸ਼ੋ ਤਾਂ ਕਲਰਡ ਹੀ ਸੀਗਾ ਬਿਲਕੁਲ, ਤੇ ਫਲॉप ਸ਼ੋ 'ਚ ਵੀ ਕੀਤਾ ਜੀ। ਭੱਟੀ ਸਾਹਿਬ ਦੇ ਨਾਲ ਕੰਮ ਕਰਨਾ ਵੀ ਇੱਕ ਬਹੁਤ ਵੱਡੀ ਚੀਜ਼, ਸਿੱਖਣ ਵਾਲੀ ਗੱਲ ਸੀ ਕਿ ਤੁਸੀਂ ਕਿਸੇ ਵੀ ਗੱਲ ਨੂੰ, ਵੱਡੀ ਤੋਂ ਵੱਡੀ ਚੀਜ਼ ਨੂੰ ਤੁਸੀਂ ਕਿਹੜੇ ਅੰਦਾਜ਼ ਨਾਲ ਕਹਿਣਾ ਚਾਹੁੰਦੇ ਹੋ ਜਿਹਦੇ ਨਾਲ ਕਿਸੇ ਨੂੰ ਬੁਰਾ ਵੀ ਨਾ ਲੱਗੇ ਔਰ ਬੰਦੇ ਦੀ ਸਮਝ ਵੀ ਆ ਜਾਏ। ਉਹ ਚੀਜ਼ ਸਿੱਖੀ ਸੀ, ਤੰਜ਼ੀਆ, ਵਿਅੰਗ। ਕਲਾਕਾਰ ਦੀ ਇਹੀ ਖਾਸੀਅਤ ਹੁੰਦੀ ਹੈ, ਇਸੇ ਕਰਕੇ ਕਿਸੇ ਨੇ ਕਿਹਾ ਵੀ ਨਾ, यूं तो है दुनिया में सुखनवर बहुत अच्छे, कहते हैं कि गालिब का है अंदाज़ बयान। ਸੋ ਇਹ ਕਲਾਕਾਰ ਦੀ ਖਾਸੀਅਤ ਹੁੰਦੀ ਕਿ ਗੱਲ ਉਹੀ ਹੁੰਦੀ ਹੈ ਪਰ ਉਹ ਕਹਿਣ ਦਾ ਤਰੀਕਾ ਉਹਦਾ ਇਹੋ ਜਿਹਾ ਜ਼ਬਰਦਸਤ ਹੁੰਦਾ। ਤੁਸੀਂ ਭੱਟੀ ਸਾਹਿਬ ਨਾਲ ਵੀ ਕੰਮ ਕੀਤਾ, ਕੋਈ ਉਹਨਾਂ ਦੇ ਨਾਲ ਜੁੜੀ ਹੋਈ ਕੋਈ ਯਾਦ ਹੋਵੇ ਜਾਂ ਕਿਸੇ ਤੁਹਾਡੇ ਮਨ ਦੇ ਅੰਦਰ ਹੋਵੇ ਕਿ ਹਾਂ ਯਾਰ ਮੈਂ ਦੂਰਦਰਸ਼ਨ ਦੀ ਸ਼ੁਰੂਆਤ ਦੇ ਵਿੱਚ ਗੋਵਰਧਨ ਸ਼ਰਮਾ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ ਜਿਨ੍ਹਾਂ ਦੇ ਵੀ ਨਾਲ ਤੁਸੀਂ ਉਸ ਸਮੇਂ ਕੰਮ ਕੀਤਾ, ਤੁਹਾਨੂੰ ਕੋਈ ਬਹੁਤ ਇਨਸਪਾਇਰਿੰਗ ਲੱਗਾ ਹੋਵੇ? ਦੂਰਦਰਸ਼ਨ 'ਚ ਸਾਰੇ ਪੁਰਾਣੇ ਲੋਕ ਸੀਗੇ ਪ੍ਰੋਡਿਊਸਰਸ, ਉਹਨਾਂ ਨਾਲ ਤਕਰੀਬਨ ਮੈਂ ਸਾਰਿਆਂ ਨਾਲ ਕੰਮ ਕੀਤਾ। ਉਦੋਂ ਇਹ ਲੌਬੀ ਸਿਸਟਮ ਨਹੀਂ ਸੀ ਹੁੰਦਾ। ਅੱਜ ਵੀ ਨਹੀਂ ਹੈਗਾ, ਇੱਥੇ ਨਹੀਂ ਹੈਗਾ। ਨਹੀਂ, ਇੱਥੇ ਨਹੀਂ ਆ ਨੈਚੁਰਲੀ। ਤਾਂ ਹੀ ਇੱਥੇ ਆ ਕੇ ਹਮੇਸ਼ਾ ਅੱਛਾ ਲੱਗਦਾ ਬੰਦਾ ਆਪਣੇ ਘਰ ਆ ਗਿਆ। ਤੁਹਾਡਾ ਹੀ ਹੈ? ਬਿਲਕੁਲ, ਹੋਮ ਗਰਾਊਂਡ 'ਚ ਖੇਲਣਾ ਬਹੁਤ ਅੱਛਾ ਲੱਗਦਾ ਤੇ ਉਹੀ ਫੀਲਿੰਗ ਹੁੰਦੀ ਹੈ। ਹਰਜੀਤ ਜੀ ਦੇ ਨਾਲ ਕੰਮ ਕੀਤਾ ਮੈਂ, ਸਾਨੀ ਸਾਹਿਬ ਨਾਲ ਕੰਮ ਕੀਤਾ, ਸੁਰਿੰਦਰ ਸ਼ਰਮਾ ਜੀ ਦੇ ਨਾਲ ਕੰਮ ਕੀਤਾ ਔਰ ਰਾਜੇਸ਼ ਕੌਲ, ਵਿਜੇ ਸ਼ਾਇਰ, ਰਵੀਦੀਪ, ਤਕਰੀਬਨ ਸਾਰਿਆਂ ਦੇ ਨਾਲ ਹੀ ਕੰਮ ਕੀਤਾ। ਔਰ ਇਸੇ ਕਰਕੇ ਜਿਹੜੇ ਅੱਜ ਬੰਬੇ ਸ਼ਿਫਟ ਹੋ ਚੁੱਕੇ ਨੇ ਉਹ ਜਦੋਂ ਜਲੰਧਰ ਆ ਕੇ ਸ਼ੂਟ ਕਰਦੇ ਨੇ ਤਾਂ ਫਿਰ ਤੁਹਾਨੂੰ ਯਾਦ ਕਰਦੇ ਨੇ ਕਿ ਸਾਰਾ ਕੰਮ ਤੁਸੀਂ ਉਹ ਸਾਂਭਣਾ ਹੈ। ਦੇਖੋ, ਮੇਰੇ ਲਾਇਕ ਕੋਈ ਰੋਲ ਅਗਰ ਨਿਕਲਦਾ ਤੇ ਬੁਲਾਉਂਦੇ ਨੇ, ਲੇਕਿਨ ਨਹੀਂ ਵੀ ਨਿਕਲਦਾ ਤਾਂ ਵੀ ਬੁਲਾਉਂਦੇ ਨੇ। ਕਿਉਂਕਿ ਅਸੀਂ ਉਦੋਂ ਤੋਂ ਜੁੜੇ ਹੋਏ ਆ ਇੱਕ ਪਰਿਵਾਰ ਦੀ ਤਰ੍ਹਾਂ ਤੇ ਇੱਕ ਦੂਸਰੇ ਨੂੰ ਮਿਲਦੇ ਜੁਲਦੇ ਆ। ਫੋਨ ਤੇ ਗੱਲ ਹੁੰਦੀ ਹੈ, ਅਗਰ ਨਹੀਂ ਮਿਲਦੇ ਜੁਲਦੇ ਤਾਂ। ਜੀ, ਤੁਹਾਨੂੰ ਕੋਈ ਡਾਇਲੌਗ ਆਪਣਾ ਕੋਈ ਲੱਗਦਾ ਹੈ ਕਿ ਕਿਉਂਕਿ ਦਰਸ਼ਕ ਜਿਹੜੇ ਸਾਡੇ ਨੇ ਉਹ ਸੋਚਦੇ ਨੇ
ਕਿ ਯਾਰ ਐਕਟਰ ਆਏ ਨੇ ਇੰਨੇ ਵੱਡੇ, ਤੇ ਕਿਉਂ ਨਾ ਅਸੀਂ ਉਹਨਾਂ ਤੋਂ ਹੈ ਨਾ ਕੋਈ ਕਲਾ ਦਾ ਉਹਨਾਂ ਦਾ ਵੀ ਦੇਖੀਏ ਥੋੜ੍ਹਾ ਜਿਹਾ। ਕੋਈ ਤੁਹਾਡੇ ਮਨ ਦੇ ਕੋਈ ਕਰੀਬ ਕੁਛ ਹੈ ਤਾਂ ਤੁਸੀਂ ਜ਼ਰੂਰ ਪਰਫਾਰਮ ਕਰ ਸਕਦੇ ਹੋ, ਕਿਉਂਕਿ ਆਰਟਿਸਟ ਹੁੰਦਾ ਕਿ ਮੈਨੂੰ ਮੌਕਾ ਮਿਲੇ। ਜੀ ਡਾਇਲੌਗ ਮੈਂ ਸੁਣਾ ਦਿੰਨੀ ਆ ਤੁਹਾਨੂੰ। ਪਿੱਛੇ ਜਿਹਾ ਮੈਂ ਇੱਕ ਡੇਲੀ ਸੋਪ ਕੀਤਾ ਸੀ, ਅੱਛਾ। ਤੇ ਉਹਦੇ ਵਿੱਚ ਪਹਿਲੇ ਤਾਂ ਮੈਂ ਬਹੁਤ ਗੁੱਸੇ ਦੇ ਨਾਲ ਆਨੀ ਆ ਕਿ ਮੇਰੀ ਪੋਤੀ ਨੂੰ ਕੋਈ ਭਜਾ ਕੇ ਲੈ ਜਾਂਦਾ ਹੈ। ਅੱਛਾ। ਹਾਂ, ਜਦੋਂ ਮੈਂ ਉੱਥੇ ਪਹੁੰਚਦੀ ਹਾਂ ਤੇ ਸਥਿਤੀਆਂ ਬਦਲੀਆਂ ਹੁੰਦੀਆਂ ਨੇ, ਤੇ ਫਿਰ ਮੈਂ ਉਸ ਚੀਜ਼ ਨੂੰ ਸਮਝ ਵੀ ਜਾਂਦੀ ਹਾਂ ਵਾਹ, ਤੇ ਇਰਸ਼ਾਦ। ਅੜੀ ਨਹੀਂ ਰਹਿੰਦੀ। ਮੈਂ ਉਹ ਡਾਇਲੌਗਸ ਤੁਹਾਨੂੰ ਜੀ। ਸੁਣਾ ਦਿੰਦੀ ਹਾਂ। ਜੀ ਚੁੱਪ ਕਰੋ ਤੁਸੀਂ ਸਾਰੇ, ਐਵੇਂ ਫालतू ਬੋਲਣ ਦੀ ਲੋੜ ਨਹੀਂ ਹੈ ਤੁਹਾਨੂੰ। ਗਲਤ ਇਹ ਕੁੜੀ ਨਹੀਂ ਹੈ, ਗਲਤ ਤੁਸੀਂ ਹੋ। ਅਸੀਂ ਗਲਤ ਸੀ ਜਿਹੜੇ ਆਪਣੀ ਕੁੜੀ ਦਾ ਵਿਆਹ ਇਹਦੀ ਮਰਜ਼ੀ ਦੇ ਖਿਲਾਫ ਕਰਨ ਜਾ ਰਹੇ ਸੀ। ਮੈਂ ਪੁੱਛਦੀ ਹਾਂ, ਆਖਿਰ ਕਦੋਂ ਤੱਕ ਸਾਡੀਆਂ ਕੁੜੀਆਂ ਆਪਣੀ ਪਰਿਵਾਰਾਂ ਦੀ ਝੂਠੀ ਅਣਖ ਲਈ, ਸ਼ਾਨ ਲਈ, ਬੇਮਤਲਬ ਚੀਜ਼ਾਂ ਲਈ, ਆਪਣੇ ਅਰਮਾਨਾਂ ਦੀਆਂ, ਇੱਛਾਵਾਂ ਦੀਆਂ, ਆਪਣੇ ਸੁਪਨਿਆਂ ਦਾ ਗਲਾ ਘੋਟਦੀਆਂ ਰਹਿਣਗੀਆਂ, ਉਹਨਾਂ ਦੀ ਬਲੀ ਦਿੰਦੀਆਂ ਰਹਿਣਗੀਆਂ। ਅੱਜ ਬੱਚੇ ਬਹੁਤ ਸਮਝਦਾਰ ਨੇ, ਕੁੜੀਆਂ ਬਹੁਤ ਹਲੀਮੀ ਦੇ ਨਾਲ ਅੱਗੇ ਵਧ ਰਹੀਆਂ। ਉਹ ਜਾਣਦੀਆਂ ਨੇ ਕਿ ਸਾਡਾ ਕੀ ਬੁਰਾ ਤੇ ਕੀ ਨਹੀਂ। ਇਸ ਕਰਕੇ ਮੈਂ ਫੈਸਲਾ ਲਿਆ ਕਿ ਸਾਡੀ ਧੀ ਜਿੱਥੇ ਕਹੇਗੀ ਉੱਥੇ ਇਹਦਾ ਵਿਆਹ ਕੀਤਾ ਜਾਏਗਾ। ਇਹ ਮੇਰਾ ਫੈਸਲਾ ਹੈ ਤੇ ਮੈਂ ਆਪਣੇ ਫੈਸਲੇ ਤੇ ਹਮੇਸ਼ਾ ਅਟਲ ਰਹਿੰਦੀ ਹਾਂ। ਸਮਝ ਗਏ ਤੁਸੀਂ? ਵਾਹ ਵਾਹ, ਡਰਾ ਰਹੇ ਹੋ। ਮੰਨਣਾ ਵੀ ਠੀਕ ਹੈ, ਕਿਤੇ ਚੀਜ਼ਾਂ ਲਈ ਅੜੇ ਰਹਿਣਾ ਠੀਕ ਨਹੀਂ ਹੁੰਦਾ, ਸਿਆਣਪ ਨਹੀਂ ਹੁੰਦੀ। ਅਗਰ ਬੱਚੇ ਸਹੀ ਕਰ ਰਹੇ ਆ ਤੇ ਉਹਨਾਂ ਦੇ ਨਾਲ ਚੱਲਣਾ ਜ਼ਰੂਰੀ ਹੁੰਦਾ। ਅੱਛਾ, ਤੁਸੀਂ ਟੈਲੀਵਿਜ਼ਨ ਵੀ ਕੀਤਾ ਹੈ, ਰੇਡੀਓ ਵੀ ਕੀਤਾ ਹੈ, ਸਟੇਜ ਵੀ ਕੀਤਾ ਹੈ। ਔਰ ਸਟੇਜ ਦੀਆਂ ਯਾਦਾਂ ਤੋਂ ਅਸੀਂ ਸ਼ੁਰੂਆਤ ਕਰਦੇ ਹਾਂ, ਫਿਰ ਅਸੀਂ ਅੱਗੇ ਵਧਾਂਗੇ ਹੌਲੀ ਹੌਲੀ। ਹਾਂ। ਕਿੱਥੋਂ ਇਹ ਸਫ਼ਰ ਸ਼ੁਰੂ ਹੋਇਆ ਤੁਹਾਡਾ ਸਟੇਜ ਦਾ, ਰੰਗਮੰਚ ਦਾ? ਰੰਗਮੰਚ ਦਾ ਸਫ਼ਰ ਮੇਰਾ ਕਪੂਰਥਲੇ ਤੋਂ ਸ਼ੁਰੂ ਹੋਇਆ। ਸਕੂਲ 'ਚ ਤਾਂ ਕਰਦੇ ਹੀ ਸੀ ਜੀ। ਤੇ ਕਪੂਰਥਲੇ ਇੱਕ ਗਰੁੱਪ ਹੁੰਦਾ ਸੀ ਜਿਹੜਾ ਕਿ ਕੰਪੀਟੀਸ਼ਨ ਕਰਦਾ ਹੁੰਦਾ ਸੀ, ਮੁਕਾਬਲਾ, ਆਲ ਇੰਡੀਆ ਥੀਏਟਰ ਕੰਪੀਟੀਸ਼ਨ। ਉਹਦੇ 'ਚ ਮੈਂ ਇੱਕ ਪਲੇ ਲੈ ਕੇ ਗਈ ਸੀ। ਉਸ ਵੇਲੇ ਮੇਰੀ ਉਮਰ ਸਿਰਫ 13 ਸਾਲ ਸੀ। ਅੱਛਾ। ਮੇਰਾ ਆਪਣਾ ਹੀ ਲਿਖਿਆ ਪਲੇ, ਆਪ ਹੀ ਮੈਂ ਐਕਟ ਕੀਤਾ। ਕਿਆ ਬਾਤ। ਹਾਂ, ਤੇ ਉਹ ਬੜਾ ਸਰਾਹਿਆ ਗਿਆ। ਤੇ ਸਾਡੇ ਜਲੰਧਰ 'ਚ ਉਦੋਂ ਕੋਈ ਥੀਏਟਰ ਨਹੀਂ ਸੀ ਕਰਦਾ ਹੁੰਦਾ। ਫਿਰ ਅਸੀਂ ਉਹਨਾਂ ਨਾਲ ਜੁੜੇ ਤੇ ਰੈਗੂਲਰ ਥੀਏਟਰ ਕਰਨ ਲੱਗ ਪਏ। ਇੱਕ ਫੋਟੋਗ੍ਰਾਫ ਤੁਹਾਡੀ ਇਹ ਸ਼ਾਇਦ ਰੰਗਮੰਚ ਦੀ ਹੀ ਹੈ। ਹਾਂ, ਇਹ ਪਲੇ ਸੀਗਾ ਬੱਕਰੀ। ਸਰਵੇਸ਼ਰ ਦਿਆਲ ਸਕਸੇਨਾ ਜੀ ਦਾ ਪਲੇ ਸੀਗਾ। ਯਾਦ ਹੈ ਇਹਦੇ 'ਚ ਕਿੱਦਾਂ ਇਹ ਹੋਇਆ ਸੀ ਕੋਈ? ਹਾਂਜੀ, ਉਸ ਸਮੇਂ ਤਾਂ ਟੈਕਨੀਕਲ ਸਹੂਲਤਾਂ ਅੱਜ ਕੱਲ੍ਹ ਤੇ ਬਹੁਤ ਸਾਰੀਆਂ ਆ ਗਈਆਂ ਨੇ, ਉਦੋਂ ਇੰਨੀਆਂ ਸ਼ਾਇਦ ਨਹੀਂ ਸੀਗੀਆਂ। ਤੇ ਬੜਾ ਔਖਾ ਸੀ ਉਸ ਵੇਲੇ ਤਾਂ ਮੰਨਿਆ ਜਾਂਦਾ ਵੀ ਰੰਗਮੰਚ ਨੂੰ ਕਰਨਾ। ਪਹਿਲੇ ਤੇ ਜਲੰਧਰ ਤੋਂ ਕਪੂਰਥਲਾ ਜਾਣਾ, ਜਾ ਕੇ ਰਿਹਰਸਲਸ ਕਰਨੀਆਂ, ਰੋਜ਼ ਵਾਪਸ ਆਣਾ, ਇਹੀ ਮੁਸ਼ਕਲ ਕੰਮ ਸੀ। ਪਰ ਕਹਿੰਦੇ ਹੁੰਦੇ ਨਾ, ਜਦੋਂ ਲਗਨ ਹੋਵੇ ਤਾਂ ਬੰਦਾ ਸਭ ਕੁਝ ਕਰਦਾ, ਜਿੱਥੇ ਚਾਹ ਉੱਥੇ ਰਹਿ। ਹਾਂ, ਤੇ ਕੀਤਾ। ਤੇ ਇਹ ਜਿਹੜਾ ਨਾਟਕ ਸੀਗਾ, ਇਹਦੇ 'ਚ ਤੁਸੀਂ ਇਹਦੇ 'ਚ ਕੀ ਕੀਤਾ ਸੀਗਾ? ਮੈਂ ਇਹਦੇ 'ਚ ਡਬਲ ਰੋਲ ਸੀ ਮੇਰਾ। ਮੈਨੂੰ ਲੱਗਾ ਨਟੀ ਤੇ ਵਿਪਤੀ। ਬੱਕਰੀ ਦਾ ਰੋਲ ਤਾਂ ਨਹੀਂ ਸੀ? ਮੈਂ ਉਦੋਂ ਬੱਕਰੀ ਵਰਗੀ ਹੋਈ। ਅੱਛਾ। ਹਾਂ, ਅੱਜ ਵਰਗੀ ਨਹੀਂ ਸੀ, ਪਰ ਮੈਂ ਬੱਕਰੀ ਦਾ ਰੋਲ ਨਹੀਂ ਕੀਤਾ। ਨਟੀ ਤੇ ਵਿਪਤੀ ਦੋ ਕੈਰੈਕਟਰ ਹੈਗੇ, ਫੀਮੇਲ ਕੈਰੈਕਟਰ, ਉਹ ਕੀਤਾ ਸੀ। ਹਿੰਦੀ ਦਾ ਸੀ ਇਹ ਨਾਟਕ? ਹਾਂ, ਹਿੰਦੀ ਦਾ ਸੀ ਔਰ ਮਿਊਜ਼ੀਕਲ ਸੀ। ਓਕੇ, ਬਿਲਕੁਲ। ਸੋ ਤੁਹਾਡਾ ਤਾਂ ਫਿਰ ਬਹੁਤ ਵਧੀਆ ਹੋ ਗਿਆ ਵੀ ਮਿਊਜ਼ਿਕ ਤੁਹਾਡੀ ਆਲਰੇਡੀ। ਗਾਣਾ ਵੀ ਸੀ ਇਹਦੇ 'ਚ, ਡਾਂਸ ਵੀ ਸੀ ਔਰ ਐਕਟਿੰਗ ਵੀ ਸੀ। ਚਲੋ, ਇਹ ਤੁਹਾਡਾ ਰੰਗਮੰਚ ਦਾ ਸਫ਼ਰ, ਇਹਦੀ ਕੋਈ ਯਾਦ ਹੈ? ਕੋਈ ਡਾਇਲੌਗ ਵਗੈਰਹ ਕੁਝ ਹੈ ਇਸ ਵੇਲੇ ਯਾਦ? ਨਹੀਂ, ਡਾਇਲੌਗ ਤਾਂ ਨਹੀਂ ਇਸ ਵੇਲੇ, ਬਹੁਤ ਅਰਸਾ ਹੋ ਗਿਆ। ਹਾਂ, ਤੇ ਡਾਇਲੌਗ ਤੇ ਨਹੀਂ ਯਾਦ। ਬੱਕਰੀ ਵੀ ਨਹੀਂ ਲੱਭਣੀ ਉਹਨੂੰ, ਪਤਾ ਨਹੀਂ ਕਿੱਥੇ। ਅੱਛਾ, ਹੁਣ ਅੱਗੇ ਚੱਲਦੇ ਹਾਂ ਵੀ ਉਸ ਸਫ਼ਰ ਤੋਂ ਬਾਅਦ ਫਿਰ ਤੁਸੀਂ ਗੁਰਸ਼ਨ ਭਾਜੀ ਨਾਲ ਵੀ ਕੰਮ ਕੀਤਾ? ਹਾਂ, ਭਾਈ ਮੰਨਾ ਸਿੰਘ ਜੀ। ਬਿਲਕੁਲ, ਭਾਈ ਮੰਨਾ ਸਿੰਘ ਕੀਤਾ ਉਹਨਾਂ ਨਾਲ, ਦਾਸਤਾਨੇ ਪੰਜਾਬ ਕੀਤਾ ਉਹਨਾਂ ਨਾਲ,
2 ਸੀਰੀਅਲਸ ਕੀਤੇ ਇਹ ਤੁਹਾਡੀਆਂ ਹਾਂਜੀ ਹਾਂਜੀ ਬਿਲਕੁਲ। ਇਹਨਾਂ ਨੂੰ ਅਸੀਂ ਇਹ ਵਿੰਟੇਜ ਕਹਿ ਲੈਂਦੇ ਹਾਂ ਲੁੱਕ ਵਾਂਗ ਨਾ, ਵੀ ਇਹ ਤਾਂ ਮਤਲਬ ਲੱਗਦਾ ਹੈ ਕਿ ਕਿੰਨਾ ਖੂਬਸੂਰਤ ਦੌਰ ਸੀ ਉਸ ਵੇਲੇ, ਵੀ ਪਰਿਵਾਰ ਦੇ ਤਰ੍ਹਾਂ ਤੁਸੀਂ ਜਿੱਦਾਂ ਪੂਰਾ ਪਰਿਵਾਰ ਹੀ ਲੱਗ ਰਿਹਾ ਸੀ। ਬਿਲਕੁਲ ਪਰਿਵਾਰ ਦੀ ਤਰ੍ਹਾਂ ਬਿਲਕੁਲ। ਔਰ ਉਹ ਤਾਂ ਹੈ ਵੀ ਇਦਾਂ ਦੇ ਸੀ, ਘਰ ਦੇ ਮੁਖੀਆ। ਉਹਨਾਂ ਦੇ ਵਿੱਚ ਪਿਤਾ ਨਜ਼ਰ ਆਉਂਦੇ ਸੀ, ਭਰਾ ਨਜ਼ਰ ਆਉਂਦੇ ਸੀ, ਤੇ ਉਹ ਬਹੁਤ ਸਮੇਟ ਕੇ ਸਹੇਜ ਕੇ ਰੱਖਦੇ ਸੀ ਆਪਣੇ ਪਰਿਵਾਰ ਨੂੰ, ਤੇ ਕੰਮ ਕਰਨਾ ਵੀ ਬੜਾ ਆਸਾਨ ਹੋ ਜਾਂਦਾ ਸੀ, ਸਹਿਜ ਹੋ ਜਾਂਦਾ ਸੀ। ਰੁੱਸ ਨਹੀਂ ਸੀ ਜਾਂਦੇ ਕਦੀ ਐਦਾਂ ਦਾ ਮੌਕਾ ਨਾ ਉਹਨਾਂ ਨੇ ਦਿੱਤਾ, ਤੇ ਨਾ ਕੋਈ ਰੁੱਸਣ ਵਾਲੀ ਕੋਈ ਗੱਲ ਹੀ ਨਹੀਂ ਸੀ। ਕਈ ਵਾਰੀ ਲੱਗਦਾ ਹੁੰਦਾ ਸੀ ਐਵੇਂ ਰੁੱਸ ਜਾਵਾਂਗੇ, ਕਿਸੇ ਨੇ ਮਨਾਇਆ ਨਾ ਤੇ ਫੇਰ ਕੋਈ ਰੁੱਸਣ ਦਾ ਮਤਲਬ ਨਹੀਂ ਸੀ। ਉਸ ਸਮੇਂ ਤੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਅੱਜ ਵੀ ਕਰ ਰਹੇ ਹੋ ਕੰਮ, ਟੈਲੀਵਿਜ਼ਨ ਵਾਸਤੇ ਵੀ ਕਰ ਰਹੇ ਹੋ, ਫਿਲਮਾਂ ਵੀ ਕੀਤੀਆਂ ਨੇ, ਮਤਲਬ ਵੈਬ ਸੀਰੀਜ਼ ਵਾਲਾ ਹੁਣ ਦੌਰ ਆ ਗਿਆ ਹੋਇਆ। ਹਾਂ, ਤੇ ਟੈਕਨੋਲੋਜੀਕਲੀ ਤਕਨੀਕੀ ਤੌਰ ਤੇ ਤਾਂ ਸੁਧਾਰ ਹੋਇਆ ਹੀ ਹੈ। ਮੈਂ ਇਸ ਟੈਲੀਵਿਜ਼ਨ ਵਾਲੇ ਪਾਸੇ ਬਾਅਦ ਚਾਹਾਂਗਾ, ਹੁਣ ਆਣਾ ਪਏ ਮੈਂ ਰੇਡੀਓ ਵਾਲੇ ਪਾਸੇ। ਤੁਸੀਂ ਰੇਡੀਓ ਤੋਂ ਵੀ ਬਹੁਤ ਕੰਮ ਕੀਤਾ, ਹਾਂ, ਸੀਰੀਅਲਸ ਵੀ ਕੀਤੇ ਨੇ, ਨਾਟਕ ਵੀ ਕੀਤੇ ਨੇ, ਬਿਲਕੁਲ। ਹੋਰ ਵੀ ਬਹੁਤ ਕੁਝ। ਤੇ ਇਹ ਰੇਡੀਓ ਦੇ ਵਿੱਚ ਜਦੋਂ ਤੁਸੀਂ ਆਏ ਤਾਂ ਉਹ ਬਿਲਕੁਲ ਸੇਮ ਹੀ ਸੀਗਾ, ਵੀ ਥੀਏਟਰ ਵੀ ਇੱਦਾਂ ਹੀ ਸੀ, ਰੰਗਮੰਚ ਵੀ ਇੱਦਾਂ ਹੀ ਸੀ, ਤੇ ਰੇਡੀਓ ਵੀ ਉੱਦਾਂ ਹੀ ਸੀ, ਜਾਂ ਰੇਡੀਓ ਥੋੜਾ ਅਲੱਗ ਸੀ? ਜਿਵੇਂ ਮੈਂ ਦੱਸਿਆ ਬਚਪਨ 'ਚ ਹੀ ਆ ਗਈ ਰੇਡੀਓ ਤੇ। ਫਿਰ ਉਹਨਾਂ ਨੇ ਜਿਹੜੇ ਆਡੀਸ਼ਨਸ ਹੁੰਦੇ ਆ ਥੋੜਾ ਵੱਡੇ ਹੋ ਕੇ, 1973 'ਚ ਹੀ ਮੇਰਾ ਆਡੀਸ਼ਨ, ਡਰਾਮਾ ਆਡੀਸ਼ਨ ਹੋਇਆ। ਬੱਚਿਆਂ ਦੇ ਪ੍ਰੋਗਰਾਮ 'ਚ ਜਾਂਦੀ ਸੀ ਪਹਿਲੇ, ਜੈ ਹਿੰਦ ਵੀਰ ਜੀ, ਜੈ ਹਿੰਦ ਵੀਰ ਜੀ, ਵੀਰ ਜੀ ਦੇ ਨਾਲ ਕੰਮ ਕੀਤਾ। ਸਾਰੇ ਜਿੰਨੇ ਉੱਥੇ ਮਹਾਰਥੀ ਸੀ ਉਹਨਾਂ ਦੇ ਨਾਲ ਕੰਮ ਕਰਨ ਦਾ ਸੁਭਾਗ ਮਿਲਿਆ ਮੈਨੂੰ, ਤੇ ਹੁਣ ਤੱਕ ਵੀ ਕਰ ਰਹੀ ਹਾਂ। ਲਗਭਗ ਕਿੰਨੇ ਕੁ ਤੁਸੀਂ ਨਾਟਕ ਕੀਤੇ ਹੋਣਗੇ, ਕੁਝ ਹੈ ਆਈਡੀਆ, ਜਾਂ ਕੋਈ ਕਾਊਂਟਿੰਗ ਹੀ ਨਹੀਂ ਹੈ? ਬਹੁਤ ਔਖਾ ਕੰਮ ਹੈ। ਔਖਾ ਕੰਮ ਹਾਂ, ਬਹੁਤ ਔਖਾ ਕੰਮ ਹੈ। ਹਿਸਾਬ ਕਿਤਾਬ ਠੀਕ ਨਹੀਂ ਹੈ ਫਿਰ। ਹਾਂ। ਅੱਛਾ, ਸੋ ਰੇਡੀਓ 'ਚ ਜਿਹੜੇ ਤੁਸੀਂ ਕੰਮ ਕੀਤੇ ਨੇ, ਟੈਲੀਵਿਜ਼ਨ 'ਚ ਤੁਸੀਂ ਕੰਮ ਕੀਤੇ ਨੇ, ਥੀਏਟਰ ਦੀ ਤੁਸੀਂ ਗੱਲ ਕੀਤੀ, ਭਾਈ ਮੰਨਾ ਸਿੰਘ ਜੀ ਦੇ ਨਾਲ ਵੀ ਤੁਸੀਂ ਕੰਮ ਕੀਤਾ। ਮੈਂ ਥੋੜ੍ਹਾ ਜਿਹਾ ਰੇਡੀਓ ਵਾਲੇ ਪਾਸੇ ਆਉਣਾ ਵਾ ਫਿਰ ਦੁਬਾਰਾ, ਕਿ ਜਦੋਂ ਅਸੀਂ ਰੇਡੀਓ 'ਤੇ ਕੰਮ ਕਰਦੇ ਹਾਂ ਤਾਂ ਅਸੀਂ ਆਵਾਜ਼ ਦੇ ਨਾਲ ਹੀ ਸਭ ਕੁਝ ਬਣਾਉਣਾ ਹੁੰਦਾ ਹੈ। ਬਿਲਕੁਲ। ਤੇ ਕਦੇ ਲੱਗਾ ਕਿ ਯਾਰ ਮੈਨੂੰ ਆਹ ਆਵਾਜ਼ ਦੇਤੀ ਹੈ, ਇੱਦਾਂ ਦਾ ਕਰੈਕਟਰ ਦੇਤਾ, ਤੇ ਸ਼ਾਇਦ ਮੈਂ ਨਾ ਨਿਭਾ ਪਾਵਾਂ, ਪਰ ਉਹ ਬਹੁਤ ਵਧੀਆ ਨਿਭ ਗਿਆ ਹੋਵੇ? ਸਿਖਾਉਣ ਵਾਲੇ ਬਹੁਤ ਵਧੀਆ ਸੀ, ਜੋ ਕਮੀਆਂ ਸੀ ਉਹਨਾਂ ਨੇ ਪੂਰੀਆਂ ਕੀਤੀਆਂ। ਜਿਵੇਂ ਕਿ ਕੌਣ ਸੀ ਸਿਖਾਉਣ ਵਾਲੇ, ਤੁਹਾਨੂੰ ਲੱਗਦਾ ਵੀ ਤੁਸੀਂ ਜਿਹਦੇ ਤੋਂ ਜ਼ਿਆਦਾ? ਹਾਂਜੀ, ਸ਼੍ਰੀ ਹੇਮਰਾਜ ਸ਼ਰਮਾ ਜੀ ਸੀ, जानकी दास भारद्वाज जी, हरबंस बेदी जी, खुराना जी, ठीक है। ਤੇ ਇਹਨਾਂ ਸਾਰਿਆਂ ਦੇ ਨਾਲ ਅਵਿਨਾਸ਼ ਪਾਖੜੀ, ਪ੍ਰੋਮਿਲਾ ਦੀਦੀ, ਪ੍ਰੋਮਿਲਾ ਵਰਮਾ। ਕੋਈ ਇਹਨਾਂ ਦੀ ਕੋਈ ਖਾਸ ਯਾਦ ਤੁਹਾਡੇ ਕੋਲ ਹੋਵੇ ਕਿਸੇ ਵੇਲੇ? ਹਾਂ, ਬਹੁਤ ਯਾਦਾਂ ਹੈ ਉਹਨਾਂ ਦੀਆਂ, ਕਿਉਂਕਿ ਉਹ ਸਾਨੂੰ ਇੱਕ ਤਾਂ ਪਹਿਲੇ ਜਦੋਂ ਬਚਪਨ 'ਚ ਗਈ ਤੇ ਬੱਚਿਆਂ ਵਾਂਗੂ ਟਰੀਟ ਕਰਦੇ ਹੁੰਦੇ ਸੀਗੇ, ਫਿਰ ਜਿੱਦਾਂ ਛੋਟੀਆਂ ਭੈਣਾਂ ਨੂੰ ਸਮਝਾਈਦਾ, ਬਹੁਤ ਪਿਆਰ ਇੰਨਾ ਜ਼ਿਆਦਾ ਸੀ, ਲੜ ਵੀ ਪੈਂਦੇ ਸੀ ਕਈ ਵਾਰੀ ਆਪਸ 'ਚ, ਬਿਹਤਰ ਬਣਾਉਣ ਲਈ, ਪ੍ਰੋਗਰਾਮ ਨੂੰ ਬਿਹਤਰ ਕਰਨ ਵਾਸਤੇ ਉਹਨਾਂ ਦੀ ਲੜਾਈ ਵੀ ਹੋ ਜਾਂਦੀ ਸੀ ਆਪਸ 'ਚ, ਤੇ ਸਾਨੂੰ ਵੀ ਡਾਂਟ ਵੀ ਦਿੰਦੇ ਸੀ। ਕੋਈ ਡਾਂਟ ਜਾਂ ਕੋਈ ਘੂਰੀ ਯਾਦ ਹੋਵੇ ਹੁਣ ਜੇ ਤੁਸੀਂ ਯਾਦ ਕੀਤਾ? ਉਹਨਾਂ ਦੀ ਡਾਂਟ ਕਰਕੇ ਹੀ ਥੋੜਾ ਬਹੁਤਾ ਕੰਮ ਆਇਆ ਜੋ ਸਾਨੂੰ ਕਰਦੇ ਪਏ ਆ। ਅੱਛਾ, ਬਹੁਤ ਜ਼ਰੂਰੀ ਸੀ। ਠੀਕ। ਸੋ ਸਾਰਿਆਂ ਦੇ ਨਾਲ ਤੁਸੀਂ ਕੰਮ ਕੀਤਾ, ਸਾਰਿਆਂ ਦੇ ਨਾਲ ਅੱਛਾ ਵਧੀਆ ਰਿਹਾ? ਬਿਲਕੁਲ। ਟੈਲੀਵਿਜ਼ਨ ਦੇ ਬਾਰੇ ਆਪਾਂ ਪਹਿਲੇ ਗੱਲ ਕਰ ਚੁੱਕੇ, ਫਿਰ ਤੁਸੀਂ ਫਿਲਮਾਂ ਵਾਲੇ ਪਾਸੇ ਵੀ ਗਏ। ਹਾਂ, ਪਰ ਕਦੇ ਇਹ ਨਹੀਂ ਹੋਇਆ ਕਿ ਯਾਰ ਜੇ ਤੁਸੀਂ ਰੇਡੀਓ 'ਚ ਇੰਨਾ ਕੰਮ ਕਰ ਰਿਹਾ ਹੈ, ਤੁਸੀਂ ਟੈਲੀਵਿਜ਼ਨ 'ਤੇ ਇੰਨਾ ਕੰਮ ਕਰ ਲਿਆ, ਔਰ ਤੁਹਾਨੂੰ ਸਾਰੀ ਦੁਨੀਆ ਜਾਣਦੀ ਹੈ, ਔਰ ਤੁਹਾਡਾ ਸਰਕਲ ਵੀ ਬੜਾ ਅੱਛਾ ਹੈ, ਤੇ ਕਿਉਂ ਨਾ ਚਲੋ ਉੱਥੇ ਹੀ ਚਲਿਆ ਜਾਏ, ਸੁਪਨਿਆਂ ਦੀ ਦੁਨੀਆ, ਬੰਬਈ ਜਾਂ ਮੁੰਬਈ? ਕਦੇ ਕਿਸੇ ਨੇ ਕਿਹਾ ਨਹੀਂ, ਜਾਂ ਤੁਹਾਨੂੰ ਆਪਣੇ ਨੂੰ ਨਹੀਂ ਲੱਗਾ ਕਦੇ ਕਿ ਯਾਰ? ਇਹ ਜਿਹੜੀ ਸੁਪਨਿਆਂ ਦੀ ਦੁਨੀਆ ਹੈ ਨਾ, ਇਹ ਸਾਡੇ ਅੰਦਰ ਹੀ ਹੁੰਦੀ ਹੈ। ਅਸੀਂ ਕਿੱਥੇ ਜਾ ਕੇ ਤਸੱਲੀ ਕਰਦੇ ਹਾਂ, ਇਹ ਵੀ ਸਾਡੇ ਉੱਪਰ ਹੀ ਡਿਪੈਂਡ ਕਰਦਾ ਹੈ। ਸਾਨੂੰ ਇੱਥੇ ਵੀ ਸਭ ਕੁਝ ਹਾਸਿਲ ਸੀ। ਅਸੀਂ ਆਪਣੀ ਮਨ ਮਰਜ਼ੀ ਦਾ ਕੰਮ ਕੀਤਾ। ਸੌਰੀ, ਕੋਈ ਬੁਲਾਵਾ ਆਇਆ ਤੇ ਉੱਥੇ ਵੀ ਕਰਕੇ ਆਏ ਹਾਂ। ਫਿਲਮਾਂ ਕੀਤੀਆਂ ਮੈਂ, ਬਹੁਤ ਜ਼ਿਆਦਾ ਨਹੀਂ ਕੀਤੀਆਂ। ਬਾਹਰ ਵੀ ਕਦੇ ਜਾਣਾ ਹੋਇਆ ਕਿਸੇ ਨਾਟਕ ਜਾਂ ਕਿਸੇ ਸਿਲਸਿਲੇ ਦੇ ਵਿੱਚ? ਨਹੀਂ, ਮੈਂ ਨਹੀਂ ਗਈ ਅੱਜ ਤੱਕ। ਹਾਂ, ਬੰਬੇ ਜ਼ਰੂਰ ਗਈ ਹਾਂ, ਸਾਊਥ 'ਚ ਵੀ ਗਈ ਹਾਂ ਕੰਮ ਕਰਨ, ਕਸ਼ਮੀਰ ਵੀ, ਦੂਰਦਰਸ਼ਨ ਦੇ ਅਲੱਗ-ਅਲੱਗ ਚੈਨਲਾਂ 'ਤੇ ਵੀ ਕੰਮ ਕੀਤਾ। ਅੱਛਾ, ਦੂਰਦਰਸ਼ਨ 'ਤੇ
ਕਿਹੜੇ ਦੂਰਦਰਸ਼ਨ ਦੇ? गोरखपुर दूरदर्शन काफ़ी काम किया मैं, कशीर दूरदर्शन किया ਡੀਡੀ ਕਸ਼ੀਰ। जी, ਅੱਛਾ। दिल्ली किया ਹੂੰ और जयपुर किया, भोपाल जी। किया। हाँ, ਤੇ ਜਿਹੜੇ ਤੁਸੀਂ ਨਾਟਕ ਕੀਤੇ ਨੇ ਦੂਰਦਰਸ਼ਨ ਦੇ ਲਈ ਅਲੱਗ-ਅਲੱਗ, ਉਹਨਾਂ ਦੇ ਵਿੱਚ ਕਿੱਦਾਂ ਦੀ ਭੂਮਿਕਾ ਤੁਹਾਡੀ ਰਹੀ? ਰਾਈਟਿੰਗ 'ਚ ਸੀ ਜਾਂ ਤੁਸੀਂ ਬਤੌਰ ਨਿਰਦੇਸ਼ਕ, ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਸਾਰੇ ਦੇ ਵਿੱਚ? पहले तो एज एन एक्टर ही किया सी। ਅੱਛਾ ਜੀ। फिर एक दौर आया सी साडे इत्थे कि जदों इंपैनल प्रोड्यूसर्स बनाया गया, ਅੱਛਾ ਜੀ। छोटे छोटे सानू प्रोग्राम्स दिते गए कि असी अपनी मर्जी दे नाल कर सकीए, जिद्दां NST वगैरह च हुंदा वै, ते असी बना के दिते। ਉਹਦੇ 'ਚ ਥੋੜੀ ਜੀ ਸਾਡੀ ਡਾਇਰੈਕਸ਼ਨ ਦੀ ਵੀ ਇੱਛਾ ਪੂਰੀ ਹੋਈ। ਅੱਛਾ। ਹਾਂ, ਪ੍ਰੋਡਕਸ਼ਨ ਦੀ, ਡਾਇਰੈਕਸ਼ਨ ਦੀ, ਤੇ ਇਹ ਸਭ ਚੱਲਦਾ ਗਿਆ। ਇਹਦੇ ਨਾਲ ਨਾਲ ਰਾਈਟਿੰਗ ਦਾ ਮਾਹੌਲ ਮੈਨੂੰ ਆਪਣੇ ਪਰਿਵਾਰ 'ਚੋਂ ਹੀ ਮਿਲਿਆ ਹੋਇਆ ਸੀ। ਠੀਕ ਹੈ। ਮੈਂ ਜਰਨਲਿਜ਼ਮ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ। ਮੇਰੇ ਪਿਤਾ ਜੀ ਮਿਲਾਪ ਅਖਬਾਰ 'ਚ ਮੈਨੇਜਰ ਸੀ, ਔਰ ਮੇਰੇ ਵੱਡੇ ਭਾਈ ਸਾਹਿਬ ਪੰਜਾਬ ਕੇਸਰੀ ਦੇ ਸੀਨੀਅਰ ਐਡੀਟਰ ਸੀ। ਤੇ ਇਸ ਕਰਕੇ ਰਾਈਟਿੰਗ ਦਾ ਅੰਦਰੋਂ ਹੀ ਸੀਗਾ, ਕੁਛ ਨਾ ਕੁਛ ਲਿਖਦੇ ਰਹਿਣਾ, ਕੋਈ ਆਰਟੀਕਲ, 4 ਲਾਈਨਾਂ। ਇਹਦੇ ਨਾਲ ਇੱਕ ਬਹੁਤ ਵਧੀਆ ਕਿੱਸਾ ਜੁੜਿਆ ਹੋਇਆ। ਜ਼ਰੂਰ, ਅਸੀਂ ਚਾਹੁੰਦੇ ਪਏ ਜ਼ਰੂਰ ਤੁਹਾਨੂੰ ਦੱਸੋ। ਸਾਡੇ ਮੰਨੇ ਪਰਵੰਨੇ ਅੰਮ੍ਰਿਤਾ ਪ੍ਰੀਤਮ ਜੀ ਲਿਖਾਰੇ, ਅੱਛਾ। ਉਹਨਾਂ ਦਾ ਇੱਕ ਆਰਟੀਕਲ ਛਪਿਆ ਪੰਜਾਬ ਕੇਸਰੀ 'ਚ, ਅੱਛਾ ਜੀ। ਮੇਰੀ ਜਾਨ ਦੀ ਦੁਸ਼ਮਣ। ਅੱਛਾ ਜੀ। ਮੈਂ ਉਹ ਪੜ੍ਹਿਆ ਤੇ ਮੈਂ ਉਸ ਆਰਟੀਕਲ ਦੇ ਉੱਪਰ ਇੱਕ ਆਰਟੀਕਲ ਲਿਖ ਕੇ ਪੰਜਾਬ ਕੇਸਰੀ ਭੇਜਤਾ। ਉਹਨਾਂ ਨੂੰ ਵਧੀਆ ਲੱਗਿਆ। ਔਰ ਇਹ ਕਿਸ ਦੌਰ ਦੀ ਗੱਲ ਹੈ, ਕਿਸ ਸਮੇਂ ਦੀ ਗੱਲ ਹੈ, ਕੁਛ ਆਈਡੀਆ? ਇਹ 70 ਜਾਂ 80 ਜਾਂ? ਇਹ 75-76 ਦੀ ਗੱਲ ਹੈ। ਅੱਛਾ ਜੀ। ਹਾਂ, ਉਹਨਾਂ ਨੂੰ ਪਹਿਲੇ ਤੇ ਅਖਬਾਰ ਵਾਲਿਆਂ ਨੂੰ ਵਧੀਆ ਲੱਗਾ, ਉਹਨਾਂ ਨੇ ਛਾਪਤਾ, ਔਰ ਮੇਰੀ ਖੁਸ਼ਨਸੀਬੀ ਕਿ ਅੰਮ੍ਰਿਤਾ ਜੀ ਨੇ ਪੜ੍ਹਿਆ, ਔਰ ਮੈਨੂੰ ਇੱਕ ਚਿੱਠੀ ਆਈ। ਮੈਂ ਚਿੱਠੀ ਦੇਖ ਕੇ ਹੈਰਾਨ ਰਹਿ ਉਸ ਵੇਲੇ ਗਈ। ਚਿੱਠੀਆਂ ਹੀ ਸੀ? ਹਾਂ, ਉਦੋਂ ਚਿੱਠੀਆਂ ਹੀ ਹੁੰਦੀਆਂ ਸੀ। ਤੇ ਉਹਦੇ 'ਚ ਲਿਖਿਆ ਸੀਗਾ ਕਿ ਮੇਰੇ ਆਰਟੀਕਲ ਦੇ ਉੱਪਰ, ਆਰਟੀਕਲ ਇਹ ਨਹੀਂ, ਮੈਨੂੰ ਗੁੱਸਾ ਨਹੀਂ ਹੈ ਇਸ ਗੱਲ ਦਾ, ਪਰ ਮੈਨੂੰ ਅੱਛਾ ਲੱਗਾ ਕਿ ਕੋਈ ਇੰਨੀ ਹਿੰਮਤ ਵੀ ਰੱਖਦਾ ਤੇ ਕਿਸੇ ਪੰਜਾਬ ਦੀ ਸ਼ੇਰਨੀ ਦਾ ਹੀ ਕੰਮ ਹੋ ਸਕਦਾ ਅੱਛਾ। ਤੇ ਕਿ ਤੂੰ ਮੈਨੂੰ ਮਿਲਣ ਆ ਸਕਦੀ ਹੈ। ਮੈਨੂੰ ਹੋਰ ਕੀ ਚਾਹੀਦਾ ਸੀ, ਮੈਂ ਉਹਨਾਂ ਨੂੰ ਮਿਲਣ ਗਈ। ਅੱਛਾ। ਮਿਲ ਕੇ ਆਪਸ 'ਚ ਵਿਚਾਰ ਸਾਂਝੇ ਕੀਤੇ। ਉਹਨਾਂ ਦੀ ਮੁਰੀਦ ਤੇ ਸੀ ਹੋਈ, ਮੈਂ ਪੜ੍ਹਦੀ ਰਹਿੰਦੀ ਸੀ ਉਹਨਾਂ ਦੇ ਬਾਰੇ, ਤੇ ਫਿਰ ਮੇਰਾ ਉਹਨਾਂ ਦੇ ਨਾਲ ਆਣਾ ਜਾਣਾ ਸ਼ੁਰੂ ਹੋ ਗਿਆ ਉੱਥੇ। ਅਰੇ ਵਾਹ। ਸੋ ਇਹ ਤੁਹਾਡੀ ਅੰਮ੍ਰਿਤਾ ਜੀ ਦੇ ਨਾਲ ਬਿਲਕੁਲ ਸਾਂਝ ਬਣੀ। ਹਾਂਜੀ। ਤੁਹਾਡੀ ਇਦਾਂ ਦੀ ਇੱਕ ਯਾਦ ਮੈਨੂੰ ਲੱਗਦਾ ਹੋਰ ਵੀ ਹੈ। ਉਹ ਹੈ ਸ਼ਿਵ ਪਾਜੀ ਦੇ ਨਾਲ, ਸ਼ਿਵ ਕੁਮਾਰ ਬਟਾਲਵੀ। ਵਾਹ ਵਾਹ। ਪਰਮਾਤਮਾ ਦਾ ਸ਼ੁਕਰੀਆ ਕਿ ਮੈਂ ਇਹਨਾਂ ਹਸਤੀਆਂ ਦੇ ਸੰਗਤ 'ਚ ਆਈ। ਗੋਦ 'ਚ ਖੇਡੇ ਹੋ ਤੁਸੀਂ? ਮੈਂ, ਹਾਂ ਬਿਲਕੁਲ। ਉਹ ਮੇਰੇ ਵੱਡੇ ਭਾਈ ਸਾਹਿਬ ਦੇ ਦੋਸਤ ਹੁੰਦੇ ਸੀ। ਜਿਵੇਂ ਮੈਂ ਦੱਸਿਆ, ਮੇਰੇ ਫਾਦਰ ਮਿਲਾਪ ਅਖਬਾਰ 'ਚ ਸੀ, ਤੇ ਉਹਨਾਂ ਦੀ ਫਾਊਂਡੇਸ਼ਨ ਡੇ 'ਤੇ ਇੱਕ ਪ੍ਰੋਗਰਾਮ ਰੱਖਿਆ ਜਾਂਦਾ ਸੀ, ਕਲਚਰਲ ਪ੍ਰੋਗਰਾਮ। ਅੱਛਾ ਜੀ। ਉਹਦੇ 'ਚ ਅਸੀਂ ਸਾਰੇ ਹੀ ਜਾਂਦੇ ਹੁੰਦੇ ਸੀਗੇ, ਤੇ ਸ਼ਿਵ ਭਾਜੀ ਵੀ ਆਉਂਦੇ ਹੁੰਦੇ ਸੀ। ਉੱਥੇ ਉਹਨਾਂ ਨੂੰ ਲਾਈਵ ਸੁਣਨ ਦਾ ਮੈਨੂੰ ਮੌਕਾ ਮਿਲਿਆ। ਵਾਹ 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 ਵਾਹ। ਘਰ ਵੀ ਆਣਾ ਜਾਣਾ ਸੀ ਉਹਨਾਂ ਦਾ। ਉਹਨਾਂ ਨੇ ਮੈਨੂੰ ਇੱਕ ਤਰ੍ਹਾਂ ਦਾ ਗੋਦੀ ਖਿਡਾਉਣ ਵਾਲੀ ਗੱਲ ਹੈ। ਇਹ ਮੇਰੇ ਵਾਸਤੇ ਬਹੁਤ ਫਖਰ ਦੀ ਗੱਲ ਹੈ। ਹੁਣ ਤਾਂ ਮੈਨੂੰ ਲੱਗਦਾ ਮੇਰੇ ਦਰਸ਼ਕ ਵੀ ਮੰਨ ਗਏ ਹੋਣਗੇ ਵੀ ਇੰਨੇ ਪੁਰਾਣੇ ਤਾਂ ਨਹੀਂ ਲੱਗਦੇ ਤੁਸੀਂ। ਅੱਛਾ, ਬੜਾ ਕਮਾਲ ਹੈ ਵੈਸੇ, ਜੇ ਇੰਨਾ ਸਾਰਾ ਤੁਹਾਡਾ। ਵੈਸੇ ਤਾਂ ਬਹੁਤ ਸਾਰੇ ਤਜਰਬੇ ਤੁਹਾਡੇ ਕੋਲ ਹੋਰ ਵੀ ਹੋਣਗੇ, ਪਰ ਚਲੋ ਇਹ 2 ਤਜਰਬੇ ਕਮਾਲ ਨੇ, ਬੜੇ ਜ਼ਬਰਦਸਤ ਨੇ। ਜਦੋਂ ਹੁਣ ਅਸੀਂ ਇੱਕ ਵਾਰੀ ਫਿਰ ਅਸੀਂ ਉਹ ਕਲਾ ਦੇ ਵਾਲੇ ਪਾਸੇ ਨੂੰ ਆਉਂਦੇ ਹਾਂ, ਤੁਸੀਂ ਸਿਚੁਏਸ਼ਨ ਦੇ ਹਿਸਾਬ ਦੇ ਨਾਲ, ਮੌਕੇ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਢਾਲ ਲੈਂਦੇ ਹੋ। ਹੁਣ ਮੈਂ ਤੁਹਾਨੂੰ ਇੱਕ ਸਿਚੁਏਸ਼ਨ ਦਿੰਦਾ ਤੇ ਹੁਣ ਤੁਸੀਂ ਉਹਦੇ ਹਿਸਾਬ ਨਾਲ ਰਿਐਕਟ ਕਰਕੇ ਸਾਡੇ ਦਰਸ਼ਕਾਂ ਦੇ ਨਾਲ। ਅੱਛਾ, ਹਾਂ, ਇਮਤਿਹਾਨ ਲੈਣਾ? ਨਹੀਂ, ਇਮਤਿਹਾਨ ਨਹੀਂ ਲੈਣਾ। ਆਪਾਂ ਇੱਕ ਦੂਜੇ ਨਾਲ ਸਾਂਝ ਵਧਾਉਣੀ ਹੈ ਥੋੜੀ ਜਿਹੀ ਹੋਰ। ਸਿਚੁਏਸ਼ਨ ਇਹ ਹੈ ਵੀ ਮੈਂ ਤੁਹਾਡਾ ਬੇਟਾ ਬਣਦਾ ਵਾਂ, ਤੇ ਜ਼ਾਹਿਰ ਹੈ ਵੀ ਹੁਣ ਉਮਰ ਹੋ ਚੁੱਕੀ ਹੈ ਤੇ ਵਿਆਹ ਵੀ ਹੋ ਚੁੱਕਾ ਹੈ, ਤੇ ਤੁਸੀਂ ਮੇਰੀ ਮੰਮੀ ਹੋ, ਤੇ ਉਹ ਘਰ ਦੇ ਕੰਮ ਕਰਦੀ ਹੈ, ਤੇ ਉਹਦੇ ਨਾਲ ਜੋ ਹੁੰਦਾ ਹੈ ਉਹਦੇ ਬਾਰੇ ਮੈਂ ਤੁਹਾਡੇ ਨਾਲ ਕਰਨਾ, ਫਿਰ ਉਸ ਤੋਂ ਬਾਅਦ ਤੁਸੀਂ ਰਿਐਕਟ ਕਰਨਾ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ। ਬੜਾ ਲੰਬਾ ਹੋ ਗਿਆ ਇਸ ਕਰਕੇ ਕਿ ਮੈਂ 2 ਨੂੰਹਾਂ ਦੀ ਸੱਸ ਵੀ ਆ ਨਾ। ਠੀਕ ਹੈ, ਫਿਰ ਤਾਂ ਆਸਾਨ ਹੈ, ਫਿਰ ਤਾਂ ਰੋਜ਼
ਅੱਜ ਤੱਕ ਤੇ ਮੈਂ ਉਹਨਾਂ ਨੂੰ ਕਦੀ ਕੁਝ ਕਿਹਾ ਨਹੀਂ। ਅੱਛਾ। ਬੜੀ ਅੱਛੀ ਬੌਂਡਿੰਗ ਹੈਗੀ ਸਾਡੀ, ਵਧੀਆ ਹੈਗਾ ਸਾਰਾ। ਪਰ ਦੇਖ ਲੈਂਦੇ ਆ ਅੰਦਰ ਕੋਈ ਗੁਬਾਰ ਲੁਕਿਆ ਬੈਠਾ ਤੇ ਆਪਣੇ ਇੱਥੇ ਪੇਕੇ ਆ ਗਿਆ ਜੀ, ਇਹ ਵੀ ਗੁਬਾਰ ਕੱਢ ਲੈਂਦੇ। ਪੇਕੇ ਹੀ ਕੱਢ ਸਕਦੇ ਆ ਨਾ। ਪੇਕਾ ਇਹ ਸਾਡਾ ਪੇਕਾ ਘਰ ਹੈ। ਠੀਕ ਹੈ, ਚਲੋ ਆਪਾਂ ਇੱਕ ਸਿਚੁਏਸ਼ਨ ਖੇਡਦੇ ਆ ਠੀਕ। ਤੇ ਫਿਰ ਤੁਸੀਂ ਉਹਦੇ ਵਿੱਚ ਜੋ ਤੁਹਾਡੇ ਤਾਸੁਰਾਤ ਨੇ ਉਹ ਤੁਸੀਂ ਸਾਂਝੇ ਕਰਨਾ। ਠੀਕ ਹੈ। ਮੰਮੀ ਇੰਨੀ ਉਮਰ ਹੋ ਗਈ ਤੁਹਾਡੀ, ਉਮਰ ਦੇ ਨਾਲ ਤਾਂ ਕਹਿੰਦੇ ਕੁੱਤੇ ਦੀ ਪੂਛ ਵੀ ਸਿੱਧੀ ਹੋ ਜਾਂਦੀ ਹੈ। ਸ਼ਰਮ ਕਰ, ਬੋਲਣ ਤੋਂ ਪਹਿਲਾਂ ਕੁਝ ਸੋਚ ਤਾਂ ਲਿਆ ਮੈਨੂੰ ਕਰ। ਬੋਲਣ ਤਾਂ ਦਿਓ, ਕੀ ਕਿਹਾ ਮੈਂ? ਆ ਕੁੱਤੇ ਦੀ ਪੂਛ ਕੀ ਹੁੰਦਾ? ਹਰ ਵੇਲੇ ਆਪਣੀ ਨੂੰਹ ਦੀ ਮੰਮੀ ਤੁਸੀਂ ਇੰਨੇ ਸਿਆਣੇ ਹੋ ਯਾਰ, ਕਿਉਂ ਕਰਦੇ ਰਹਿੰਦੇ ਹੋ? ਉਹ ਪਤਾ ਕਿੰਨਾ ਰੋਂਦੀ ਹੈ, ਰਾਤੀ ਰੋ ਰੋ ਕੇ ਮੈਨੂੰ ਦੱਸਦੀ ਵੀ ਸੀ ਤੁਸੀਂ। ਉਹ ਬਸ ਕਰ, ਰੋਂਦੀ ਹੈ, ਇਹ ਸਾਰੇ ਤੇਦਰੇ ਜਾਣਦੀ ਆ ਮੈਂ। ਉਹ ਰੋਂਦੀ ਹੈ ਇਸ ਕਰਕੇ ਤੈਨੂੰ ਬੜੀ ਲੱਗ ਗਈ। ਅਸੀਂ ਕੁਝ ਕਹਿੰਦੇ ਨਹੀਂ ਹੈ ਨਾ, ਢਿੱਡ 'ਚ ਹੀ ਰੱਖ ਲੈਂਦੇ ਆ। ਸਾਡੇ ਨਾਲ ਕੀ ਕੀ ਹੁੰਦਾ ਅਸੀਂ ਤੈਨੂੰ ਕਦੇ ਦੱਸਿਆ ਨਹੀਂ। ਰੋਂਦੀ ਹੈ। ਹੁਣ ਤੂੰ ਇਹੋ ਜਿਹਾ ਹੋ ਗਿਆ ਕਿ ਇਹੋ ਜਿਹੀਆਂ ਗੱਲਾਂ ਕਰੇ, ਠੀਕ ਹੈ? ਪਹਿਲੇ ਮਾਂ ਕਰਦਾ ਨਹੀਂ ਸੀ ਹਟਦਾ, ਹੁਣ ਵੋਟੀ ਵੋਟੀ ਕਰਦਾ ਨਹੀਂ ਹਟਦਾ। ਹੁਣ ਮਾਂ ਦੀ ਲੋੜ ਹੀ ਨਹੀਂ ਰਹੀ। ਤੈਨੂੰ ਕੀ ਦੱਸਾਂ ਸਾਡੇ ਨਾਲ ਕੀ ਕੀ ਹੁੰਦਾ। ਚਾਹ ਮੰਗੋ ਤੇ ਜਦੋਂ ਮੰਗੋ ਘੰਟੇ ਬਾਅਦ ਪਾਣੀ ਲਈ ਬੈਠੇ ਰਹੀਦਾ। ਗੱਲਾਂ ਆਂਦੀਆਂ ਇਹਨੂੰ। ਕਦੀ ਪੁੱਛਿਆ ਕਿ ਮਾਂ ਤੇਰਾ ਕੀ ਕਰਦਾ ਦਿਲ ਖਾਣ ਨੂੰ, ਉਹੀ ਬਣਾ ਦਈਏ? ਨਾ, ਜੋ ਉਹਦੀ ਮਰਜ਼ੀ, ਜੋ ਉਹਦੇ ਖਸਮ ਦੀ ਮਰਜ਼ੀ ਹੈ ਉਹੀ ਬਣਨਾ ਤੇ ਸਾਨੂੰ ਖਾਣਾ ਪੈਣਾ। ਮੈਂ ਤੈਨੂੰ ਕਦੀ ਕਿਹਾ ਲਾਈ ਸ਼ਿਕਾਇਤ? ਮੈਂ ਤੂੰ ਲੈ ਕੇ ਆ ਗਿਆ ਸ਼ਿਕਾਇਤਾਂ ਦਾ ਪਟਾਰਾ। ਗੱਲਾਂ ਕਰਦਾ। ਤੁਸੀਂ ਕੁਝ ਨਹੀਂ ਕਰਦੇ। ਮੈਂ ਕੀ ਕਰਦੀ ਆ? ਮੈਂ ਜਵਾਬ ਵੀ ਨਹੀਂ ਦਿੰਦੀ। ਮੈਨੂੰ ਪਤਾ ਮੇਰੇ ਇੱਕ ਜਵਾਬ ਦਾ ਕਿੰਨਾ ਵਧਾਣ ਵੱਧ ਜਾਣਾ। ਪਤਾ ਸੀ ਮੈਨੂੰ। ਆ ਗਿਆ ਨਾ ਸਾਹਮਣੇ, ਕੀ ਬੋਲਣ ਡਿਆ ਤੂੰ? ਮਾਂ ਨੂੰ ਕੁੱਤੇ ਦੀ ਪੂੰਛ ਤੱਕ ਕਹਿਤਾ। ਸ਼ਰਮ ਹੀ ਨਹੀਂ ਆਉਂਦੀ। ਥੈਂਕ ਯੂ, ਬਹੁਤ ਅੱਛਾ। ਹਾਲਾਂਕਿ ਮੈਂ ਇਦਾਂ ਨਹੀਂ ਸੀ ਗਿਆ, ਪਰ ਤੁਸੀਂ ਬਹੁਤ ਅੱਛਾ ਰਿਐਕਟ ਕੀਤਾ। ਇਹ ਜਿਹੜਾ ਐਕਟਰ ਦੇ ਵਿੱਚ ਹੁੰਦਾ ਹੈ ਸਵਿਚ ਔਨ ਸਵਿਚ ਆਫ, ਇਹ ਕਿੱਦਾਂ ਤੁਸੀਂ ਖੇਡਦੇ ਹੋ? ਕਿਵੇਂ ਹੁੰਦਾ ਹੈ? ਕਿਉਂਕਿ ਸਾਡੀ ਜ਼ਿੰਦਗੀ 'ਚ ਵੀ ਹੁੰਦਾ। ਇੱਥੇ ਲੋਕੀ ਸਮਝਦੇ ਨੇ ਵੀ ਗਲਿਸਰੀਨ ਲਗਾਉਣੀ ਪੈਂਦੀ ਹੈ ਐਕਟਰ ਨੂੰ, ਤੁਹਾਨੂੰ ਵੀ ਲਗਾਉਣੀ ਪੈਂਦੀ ਹੈ ਜਾਂ ਆਪਣੇ ਆਪ ਹੋ ਜਾਂਦਾ ਹੈ? ਕਈ ਵਾਰੀ ਲਗਾਉਣੀ ਪੈਂਦੀ ਹੈ ਤੇ ਕਈ ਵਾਰੀ ਬਹੁਤ ਜ਼ਿਆਦਾ ਆਪਣੇ ਆਪ ਹੋ ਜਾਂਦਾ, ਭਰ ਜਾਂਦਾ। ਹਾਂ। ਕਦੋਂ ਇਦਾਂ ਦਾ ਮੌਕਾ ਕਦੇ ਹੋਇਆ ਵੀ ਤੁਹਾਨੂੰ ਉਸ ਵੇਲੇ ਤੁਹਾਡਾ ਕੰਟਰੋਲ ਹੀ ਨਹੀਂ ਹੋ ਪਾਇਆ? ਫਿਰ ਕਦੇ ਹੋਇਆ ਇਦਾਂ ਸ਼ੂਟਿੰਗ ਕਰਦੇ ਹੋਏ ਜਾਂ ਕਿਸੇ ਸਮੇਂ, ਜਾਂ ਕੋਈ ਬੰਦਾ ਸੀਨ ਦੇਖਦੇ ਹੋਏ ਉਹਦੇ 'ਚ ਗਵਾਚ ਜਾਂਦਾ? ਮਾਨਵ ਮਨ ਹੈ, ਸੁਭਾਵਿਕ ਹੈਗਾ ਕਿ ਦੁੱਖ ਸੁੱਖ ਸਾਡੇ ਨਾਲ ਵੀ ਲੱਗੇ ਆ। ਬਿਲਕੁਲ ਸਹੀ। ਜਦੋਂ ਕੋਈ ਅੰਦਰ ਫੀਲ ਹੋ ਜਾਂਦੀ ਹੈ ਨਾ ਕੋਈ ਚੀਜ਼ ਆਪਣੀ ਜ਼ਿੰਦਗੀ ਨਾਲ ਜੁੜੀ ਹੋਈ ਲੱਗਦੀ ਹੈ, ਜਾਂ ਆਪਣੀ ਹੀ ਕੀ ਲੋਕਾਂ ਨਾਲ ਵੀ ਜੁੜੇ ਹੋਏ ਹਾਂ ਅਸੀਂ, ਲੋਕਾਂ ਦੀਆਂ ਤਕਲੀਫਾਂ ਦੇ ਨਾਲ ਜੁੜਿਆ ਹੋਇਆ ਕੁਝ ਹੁੰਦਾ ਹੈ, ਤੇ ਸੁਭਾਵਿਕ ਹੀ ਹੰਝੂ ਆ ਜਾਂਦੇ। ਕੋਈ ਯਾਦ ਹੈ ਕੋਈ ਇਦਾਂ ਦਾ, ਕੋਈ ਤੁਸੀਂ ਕੋਈ ਸੀਨ ਕਰ ਰਹੇ ਹੋ ਜਾਂ ਕੁਝ ਇਦਾਂ ਦਾ ਕਰ ਰਹੇ ਹੋ ਸਟੇਜ ਤੇ ਹੈ ਚਾਹੇ ਰੇਡੀਓ ਤੇ ਹੈ, ਫਿਰ ਉਸ ਵੇਲੇ ਉਹਦੇ ਵਹਿਣ ਦੇ ਵਿੱਚ ਤੁਸੀਂ ਜ਼ਿਆਦਾ? ਹਾਂ, ਮੈਂ ਇੱਕ ਸੀਰੀਅਲ ਕੀਤਾ ਸੀਗਾ ਤੇ ਉਹਦੇ ਵਿੱਚ ਮੇਰੀ ਬਹੁਤ ਪਿਆਰੀ ਧੀ ਧੋਖਾ ਦੇ ਜਾਂਦੀ ਹੈ। ਅੱਛਾ। ਤੇ ਉਦੋਂ ਜਦੋਂ ਰੋਲ ਕੀਤਾ ਤੇ ਉਹ ਆਪਣੇ ਆਪ ਹੀ ਉਹ ਭਰਿਆ ਹੋਇਆ ਅਥਰੂ ਬਹਿਣੇ ਸ਼ੁਰੂ ਹੋ ਗਏ, मन भरी गया। हुणे आने भी हज़ारों ख्वाहिशें ऐसी कि हर ख्वाहिश पे दम निकले, बहुत निकले मेरे अरमान, लेकिन फिर भी कम निकले। बिल्कुल। कोई ऐसी चाहत, कोई ऐसी ख्वाहिश अजे भी है कि यार काश कि मैं आ स्टैप लिया होंदा या आ काम कीता होंदा, या मन च है कि यार ए मैनू है कि यार एक दिन वास्ते सही मैनू कोई चीफ मिनिस्टर बना दे से। तौबा मेरी, नहीं इदां दी कोई ख्वाहिश नहीं है, पर तुहाडी इदां दी कोई ख्वाहिश नहीं तमन्ना है। हाँ, लेकिन आर्टिस्ट नू अच्छे रोल दी दरकार हमेशा रहिंदी है।
ਉਹ ਚਾਹੁੰਦਾ ਹੈ ਕਿ ਕਈ ਵਾਰੀ ਕਿਸੇ ਦੂਸਰੇ ਦੇ ਰੋਲ ਨੂੰ ਵੀ ਦੇਖ ਕੇ ਲੱਗਦਾ ਹੁੰਦਾ ਹੈ ਕਿ ਮੈਂ ਵਧੀਆ ਨਿਭਾ ਸਕਦਾ ਸੀ। ਨਹੀਂ ਹੂੰ। ਕਿ ਕਾਸ਼ ਮੈਂ ਕੀਤਾ, ਆਹਾ। ਮੈਂ ਵਧੀਆ ਨਿਭਾ ਸਕਦੀ ਨਹੀਂ। ਜਿਹੜਾ ਜਦੋਂ ਕਰਦਾ ਹੈ, ਉਹ ਆਪਣੇ ਪੂਰੇ ਸ਼ਿੱਦਤ ਦੇ ਨਾਲ ਲੀਨ ਹੋ ਕੇ ਕਰਦਾ। ਤੇ ਹੁੰਦਾ ਹੈ, ਕਈ ਵਾਰੀ ਐਸੇ ਕੈਰੈਕਟਰ ਹੁੰਦੇ ਆ। ਮੇਰਾ ਇੱਥੇ ਹੀ ਇੱਕ ਪਲੇ ਸੀ ਟੈਲੀਫਿਲਮ ਵਰਤਮਾਨ, ਸੁਰਿੰਦਰ ਸ਼ਰਮਾ ਜੀ ਨੇ ਕੀਤੀ ਸੀ ਜੀ। ਉਹਦੇ 'ਚ ਜਿਹੜੇ ਬੰਜਾਰੇ ਹੁੰਦੇ ਆ ਗਲੀ ਗਲੀ, ਉਹ ਬਾਲਟੀਆਂ ਨੂੰ ਥੱਲੇ ਲਾਉਣ ਵਾਲੇ, ਤੇ ਉਹਦਾ ਮੇਨ ਰੋਲ ਕੀਤਾ ਸੀ ਮੈਂ ਜਤਿੰਦਰ ਭਾਰਦਵਾਜ ਦੇ ਨਾਲ। ਉਹ ਬਹੁਤ ਰੀਅਲਿਸਟਿਕ ਕਹਾਣੀ ਸੀ। ਗੁਰਦਿਆਲ ਸਿੰਘ ਜੀ ਦੀ ਕਹਾਣੀ ਹਾਰ ਗਿਆ ਰਤਨਿਆਂ ਤੇ ਬੇਸਡ ਸੀ ਉਹ। ਉਹਦੇ 'ਚ ਜਦੋਂ ਮੇਰਾ ਰੰਗ ਵੀ ਕਾਲਾ ਕੀਤਾ ਗਿਆ, ਜਿੱਦਾਂ ਉਹ ਥੋੜੀਆਂ ਸਾਂਵਲੀਆਂ ਹੁੰਦੀਆਂ। ਤੇ ਅਸੀਂ ਸ਼ੂਟਿੰਗ ਤੋਂ ਇੱਥੇ ਆ ਕੇ ਸਾਰਾ ਮੇਕਅਪ ਵਗੈਰਾ ਉਤਾਰਦੇ ਸੀ। ਇੱਕ ਵਾਰੀ ਆਏ ਤੇ ਡਾਇਰੈਕਟਰ ਸਾਹਿਬ ਖੜੇ ਸੀਗੇ, ਭੱਟ ਸਾਹਿਬ ਹੁੰਦੇ ਸੀ ਉਦੋਂ, ਤੇ ਉਹਨਾਂ ਨੇ ਦੇਖਿਆ ਤੇ ਕਹਿੰਦੇ ਮੈਨੂੰ ਇਹਨਾਂ 'ਚੋਂ ਇਹ ਤਾਂ ਦੱਸੋ ਸਾਡੀ ਹੀਰੋਇਨ ਕਿਹੜੀ ਹੈ। ਅੱਛਾ। ਸ਼ਰਮਾ ਜੀ ਕਹਿੰਦੇ ਇਹੀ ਕਾਮਯਾਬੀ ਹੈ ਮੇਰੀ। ਉਹਨਾਂ ਦੀਆਂ ਅਸਲੀ ਕੁੜੀਆਂ ਸੀ ਤੇ ਨਾਲ ਮੈਂ ਸੀ। ਟੈਲੀਫਿਲਮ ਬਹੁਤ ਅੱਛੀ ਸੀ, ਬਹੁਤ ਸਰਾਈ ਗਈ। ਇੱਦਾਂ ਹੀ ਇੱਕ ਤਮਾਸ਼ਾ ਕੀਤਾ ਸੀ ਉਹਨਾਂ ਦੇ ਨਾਲ, ਤਮਾਸ਼ਾ ਨਾਮ ਦੀ ਟੈਲੀਫਿਲਮ। ਉਹਦੇ ਵਿੱਚ ਵੀ ਤੁਹਾਡੇ ਕੋਲ ਇੱਥੇ ਹੋਣਗੀਆਂ ਉਹਦੀਆਂ ਕਲਿੱਪਿੰਗਸ ਵਗੈਰਾ, ਯਾਦਾਂ, ਪਿਕਚਰਸ ਵਗੈਰਾ, ਤੇ ਤੁਸੀਂ ਦੇਖ ਸਕਦੇ ਹੋ, ਕਿਉਂਕਿ ਤੁਸੀਂ ਉਦੋਂ ਸ਼ਾਇਦ ਇਹੀ ਕਵਾਂਗੀ ਕਿ ਪੈਦਾ ਨਹੀਂ ਹੋਏ ਸੀ। ਠੀਕ ਹੈ। ਤੇ ਇੰਨਾ ਕੰਮ ਕੀਤਾ ਹੈ ਤੁਸੀਂ, ਇੰਨਾ ਸਾਰਾ, ਔਰ ਅੱਜ ਵੀ ਤੁਹਾਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹਦੇ 'ਚ ਤੁਹਾਨੂੰ ਲੱਗਦਾ ਹੈ ਕਿ ਹਾਂ ਯਾਰ ਕਾਸ਼ ਮੈਨੂੰ ਮਿਲੀ ਹੁੰਦੀ ਇਹ ਚੀਜ਼, ਜਾਂ ਇਹ ਰੋਲ ਮੈਨੂੰ ਮਿਲਿਆ ਹੁੰਦਾ। ਕਿਤੇ ਜਾ ਕੇ ਮਨ ਨੂੰ ਤਸੱਲੀ ਵੀ ਹੁੰਦੀ ਹੈ ਕਿ ਯਾਰ ਜੋ ਮੈਂ ਕੀਤਾ ਹੈ ਸ਼ਾਇਦ ਹਰ ਕਿਸੇ ਦੇ ਭਾਗਾਂ 'ਚ ਨਹੀਂ ਹੈ। ਇਹ ਜਿਨ੍ਹਾਂ ਦੀ ਗੱਲ ਕਰ ਰਹੀ ਸੀ ਮੈਂ, 2 ਟੈਲੀਫਿਲਮਸ ਦੀ, ਇਹ ਸੱਚਮੁੱਚ ਇਹ ਤਸੱਲੀ ਸੀ। ਮਤਲਬ ਇਹਨੂੰ ਕਰਕੇ ਤੁਹਾਡਾ ਮਨ ਬਹੁਤ ਤ੍ਰਿਪਤ ਹੋਇਆ। ਰੀਅਲਿਸਟਿਕ ਰੋਲ ਸੀ। ਲੱਗਦਾ ਨਹੀਂ ਸੀ ਕਿ ਅਸੀਂ ਐਕਟ ਕਰ ਰਹੇ ਹਾਂ। ਆਪ ਨੂੰ ਵੀ ਫੀਲ ਨਹੀਂ ਸੀ ਹੁੰਦਾ, ਔਰ ਜਦੋਂ ਲੋਕਾਂ ਨੇ ਦੇਖਿਆ ਤੇ ਉਹਨਾਂ ਨੂੰ ਵੀ ਫੀਲ ਨਹੀਂ ਹੋਇਆ ਕਿ ਕੋਈ ਐਕਟਰ ਕੋਈ ਕੰਮ ਕਰ ਰਿਹਾ ਹੈ। ਪਰ ਉਹ ਕਹਿੰਦੇ ਨਾ ਖੁਦਾ ਜਬ ਹੁਸਨ ਦੇਤਾ ਹੈ ਨਜ਼ਾਕਤ ਆ ਹੀ ਜਾਤੀ ਹੈ। ਸੋ ਜਦੋਂ ਤੁਸੀਂ ਐਕਟਿੰਗ ਦੀ ਫੀਲਡ 'ਚ ਆਉਂਦੇ ਹੋ, ਜਦੋਂ ਤੁਸੀਂ ਗਲੈਮਰ ਦੀ ਦੁਨੀਆ 'ਚ ਜਿਹਨੂੰ ਕਹਿ ਦਿੰਦੇ ਆਉਂਦੇ ਹੋ, ਲਾਈਮ ਲਾਈਟ 'ਚ ਆਉਂਦੇ ਹੋ, ਤਾਂ ਹੁੰਦਾ ਹੈ ਕਿ ਤੁਹਾਡੇ 'ਚ ਥੋੜ੍ਹਾ ਐਟੀਟਿਊਡ ਆ ਹੀ ਜਾਂਦਾ ਨਾ। ਕਦੇ ਤੁਹਾਨੂੰ ਲੱਗਦਾ ਕੋਈ ਜ਼ਰੂਰਤ ਹੁੰਦੀ ਹੈ ਜਾਂ ਇਹ ਸਾਰਾ ਧੋਖਾ ਹੀ ਹੈ, ਵਹਿਮ ਹੁੰਦਾ ਹੈ? ਪਤਾ ਨਹੀਂ, ਮੈਨੂੰ ਤਾਂ ਅਜੇ ਤੱਕ ਸਮਝ ਹੀ ਨਹੀਂ ਲੱਗਿਆ ਕਿ ਐਟੀਟਿਊਡ ਹੁੰਦਾ ਕੀ ਹੈ। ਕੀ ਤੁਸੀਂ ਕੀ ਦਿਖਾ ਸਕਦੇ ਹੋ, ਦੱਸੋ? ਐਟੀਟਿਊਡ ਇਹੀ ਵੀ ਕੋਈ ਜਿਹੜਾ ਪਾਣੀ ਪਿਲਾਉਣ ਵਾਲਾ ਉਹਦੇ ਵੱਲ ਦੇਖਣਾ ਵੀ ਨਹੀਂ, ਜਾਂ ਉਹਨੂੰ ਇਗਨੋਰ ਕਰਕੇ ਨਿਕਲ ਜਾਣਾ ਕਿ ਤੇਰੀ ਹਸਤੀ ਨਹੀਂ ਹੈਗੀ, ਇਹੀ ਐਟੀਟਿਊਡ ਹੁੰਦਾ ਮੇਰੇ ਖਿਆਲ। ਇੱਕ ਬਹੁਤ ਵੱਡੀ ਰੱਬ ਦੀ ਮਿਹਰ ਹੈ ਔਰ ਪਿਤਾ ਦੀ ਮਿਹਰ ਹੈ। ਉਹਨਾਂ ਨੇ ਕੁਝ ਐਸੀਆਂ ਚੀਜ਼ਾਂ ਸਿਖਾਈਆਂ ਸੀ ਜਿਹੜੀਆਂ ਉਮਰ ਭਰ ਯਾਦ ਨੇ, ਨਾ ਕਦੀ ਪਹਿਲੇ ਕੀਤੀਆਂ ਤੇ ਨਾ ਕਦੀ ਹੁਣ। ਆਪਣੇ ਬੱਚਿਆਂ ਨੂੰ ਵੀ ਉਹੀ ਸਮਝਾਉਂਦੇ ਆ ਕਿ ਨਹੀਂ, ਇਨਸਾਨ ਇਨਸਾਨ ਦੇ ਬਰਾਬਰ ਹੈ, ਉਹਨੂੰ ਇਨਸਾਨ ਤੁਰਲੇ ਦੇਖੋ। ਆਹ ਤੁਹਾਡੀ ਇੱਕ ਤਸਵੀਰ। ਹਾਂ, ਇਹ ਕੁਝ ਦੇਰ ਪਹਿਲੇ ਕੀਤੀ ਹੈ ਮੈਂ, ਫੀਚਰ ਫਿਲਮ ਹੈ ਸਰਬੰਧ, ਉਹਦਾ ਸੀਨ ਹੈ। ਇਨਸਾਨ का इंसान से हो भाईचारा यही संदेश हमारा, धर्म यही कहता है। एक और तस्वीरें भी शायद उसे ਇਹ ਵੀ ਉਸੇ ਦੀ ਹੈ। ਇਹ ਤੁਸੀਂ ਇਹ ਰਿਲੀਜ਼ ਹੋਣ ਵਾਲੀ ਹੈ ਫਿਲਮ। ਅੱਛਾ। ਹਾਂ। ਫਿਲਮ ਤੋਂ ਮੈਨੂੰ ਯਾਦ ਆਇਆ ਕਿ ਮੈਂ ਬਹੁਤ ਜ਼ਿਆਦਾ ਫਿਲਮਾਂ ਤੇ ਨਹੀਂ ਕੀਤੀਆਂ, 3 ਪੰਜਾਬੀ ਤੇ 2 ਹਿੰਦੀ ਫਿਲਮਾਂ ਕੀਤੀਆਂ। ਮੌਕੇ ਮਿਲਦੇ ਸੀਗੇ, ਲੇਕਿਨ ਪਰਿਵਾਰ ਸੀ, ਪਰਿਵਾਰ ਨੂੰ ਛੱਡ ਕੇ ਬਹੁਤ ਜ਼ਿਆਦਾ ਨਹੀਂ ਸੀ ਜਾਇਆ ਜਾਂਦਾ, ਤੇ ਦੋਨੋਂ ਤਰ੍ਹਾਂ ਦਾ ਬੈਲੈਂਸ ਬਣਾ ਕੇ ਰੱਖਣਾ ਵੀ ਬਹੁਤ ਜ਼ਰੂਰੀ ਸੀ। ਪਰਿਵਾਰ ਨੂੰ ਵੀ ਸਭ ਤੋਂ ਮੁਸ਼ਕਿਲ ਹੈ ਬੈਲੈਂਸ ਬਣਾਉਣਾ। ਹਾਂ, ਤਵਾਜ਼ਨ ਬਣਾਉਣਾ। ਅੱਛਾ, ਇੰਨੇ ਸਾਰੇ ਤਵਾਜ਼ਨ ਬਣਾਉਣ ਦੇ ਵਿੱਚ ਘਰ ਵੀ ਦੇਖਣਾ ਹੈ, ਫਿਲਮਾਂ ਵੀ ਦੇਖਣੀਆਂ ਹੈ, ਇਹ ਸਾਰੀ ਦੁਨੀਆ ਵੀ ਦੇਖਣੀ ਹੈ, ਕਦੇ ਆਪਣਾ ਦਿਮਾਗ ਹੀ ਨਹੀਂ ਘੇਰਦਾ? ਸੰਤੁਲਨ ਵਿਗੜਿਆ ਤਾਂ ਨਹੀਂ? ਇਹੀ ਪੁੱਛਣਾ ਚਾਹੁੰਦੇ ਹੋ? ਜੇ ਵਿਗੜਿਆ ਵੀ ਹੋਇਆ ਤੇ ਮੈਂ ਦੱਸਣਾ ਥੋੜੇ। ਇਹ ਵੀ ਗੱਲ ਸਹੀ ਹੈਗੀ ਹੈ, ਪਰ ਫਿਰ ਵੀ ਮੈਂਟਲੀ ਕਦੇ ਸਟ੍ਰੈਸ ਤੁਸੀਂ ਫੀਲ ਕੀਤਾ ਹੋਵੇ ਕਿ ਯਾਰ ਸਟ੍ਰੈਸ ਆ ਜਾਂਦਾ ਹੈ ਬਹੁਤ ਜ਼ਿਆਦਾ? ਹਾਂ, ਕਈ ਵਾਰੀ ਸਟ੍ਰੈਸ ਆ ਜਾਂਦਾ ਜਦੋਂ ਤੁਸੀਂ ਕੰਮ ਕਰ ਰਹੇ ਹੁੰਦੇ ਆ, ਤੇ ਉਦੋਂ ਤੁਹਾਡੇ ਪ੍ਰੋਡਿਊਸਰਸ ਦੀ ਦਰਕਾਰ ਹੁੰਦੀ ਹੈ ਕਿ ਸ਼ੋ ਮਸਟ ਗੋ ਔਨ। ਠੀਕ ਹੈ, ਉਦੋਂ ਹੀ ਘਰ ਦੀ ਕੋਈ ਸਮੱਸਿਆ ਖੜੀ ਹੋ ਜਾਏ ਤੇ ਤੁਹਾਡਾ ਮਨ ਵੀ ਉੱਥੇ ਜਾਂਦਾ ਹੈ,
ਔਰ ਘਰ ਦੇ ਵੀ ਇਹੀ ਐਕਸਪੈਕਟ ਕਰਦੇ ਆ ਕਿ ਪਰ ਤੁਹਾਡੀ ਡਿਊਟੀ ਕਹਿੰਦੀ ਹੈ ਵੀ ਤੁਸੀਂ ਇੱਥੇ। ਹਾਂ, ਤੇ ਉਦੋਂ ਜਿਹੜਾ ਫੈਸਲਾ ਕਰਨਾ ਬਹੁਤ ਮੁਸ਼ਕਲ ਹੁੰਦਾ। ਠੀਕ ਹੈ, ਲੇਕਿਨ ਇਦਾਂ ਦੀ ਬਹੁਤ ਜ਼ਿਆਦਾ ਧਰਮ ਸੰਕਟ 'ਚ ਕਦੀ ਫਸੀ ਨਹੀਂ। ਕਈ ਵਾਰੀ ਹੋ ਜਾਂਦਾ ਸੀਗਾ ਇਦਾਂ ਦਾ, ਤੇ ਕਿਤੇ ਮੈਂ ਅੰਡਰਸਟੈਂਡ ਕਰਦੀ ਸੀ ਤੇ ਕਿਤੇ ਘਰ ਦੇ ਸਪੋਰਟ ਕਰ ਦਿੰਦੇ ਸੀ ਨਾਲ। ਘਰ ਦੇ ਸਪੋਰਟ ਤੋਂ ਬਿਨਾਂ ਤਾਂ ਤੁਸੀਂ ਬਿਲਕੁਲ ਬਿਲਕੁਲ ਹੈ ਨਾ, ਇਹ ਤਾਂ ਅਸੀਂ ਸਾਰੇ ਹੀ ਮੰਨਦੇ ਹਾਂ। ਕਲਾ ਦੀ ਦੁਨੀਆ ਦੇ ਨਾਲ ਜੁੜੇ ਹੋਏ ਹੀ ਨਹੀਂ, ਹਰ ਖੇਤਰ ਦੇ ਵਿੱਚ ਹੀ ਜੇ ਤੁਹਾਨੂੰ ਘਰ ਵੱਲੋਂ ਸਪੋਰਟ ਹੈ ਤਾਂ ਹੀ ਤੁਸੀਂ ਦੁਨੀਆ ਦੇ ਵਿੱਚ ਚਮਕ ਸਕਦੇ ਹੋ, ਜਾ ਸਕਦੇ ਹੋ। ਅੱਛਾ, ਸਾਨੂੰ ਜਿੱਦਾਂ ਸਾਡੀ ਭਾਸ਼ਾ 'ਚ ਕਹਿੰਦਾ ਵਿਸ਼ਵਸਨੀय ਸੂਤਰਾਂ ਤੋਂ ਸਾਨੂੰ ਪਤਾ ਲੱਗਾ ਹੈ ਅੱਛਾ, ਤੁਸੀਂ ਕੋਈ ਹਾਰਰ ਸ਼ੋਅ ਵੀ ਕੀਤੇ ਨੇ? ਹਾਂ, ਡਰਾਵਨੇ। ਹਾਂ, ਇੱਕ ਟੈਲੀਫਿਲਮ ਕੀਤੀ ਹੈ ਮੈਂ, ਪਰੀ। ਅੱਛਾ, ਉਹਦੇ 'ਚ ਹਾਰਰ ਸੀਗਾ ਮੇਰਾ। ਲਓ ਆ ਸੀਨ ਤੁਹਾਡਾ। ਇਹ ਤਾਂ ਇਹ ਕੀ ਹੈ ਕਰ ਕੀ ਰਹੇ ਹੋ ਤੁਸੀਂ? ਉਹਨੂੰ ਵੀ ਤੁਸੀਂ ਬਣਾ ਰਹੇ ਹੋ ਕੁਝ ਨਹੀਂ? ਜਾਂ ਡਰਾ ਰਹੇ ਹੋ? ਨਹੀਂ, ਇਹ ਐਸੀ ਕਹਾਣੀ ਸੀ ਜਿਹਦੇ 'ਚ ਮੈਂ ਆਪਣੀ ਪੋਤੀ ਨੂੰ ਰੋਜ਼ ਇੱਕ ਸ਼ਿਕਾਰ ਕਰਨ ਨੂੰ ਕਹਿੰਦੀ ਆ ਕਿਸੇ ਬੰਦੇ ਦਾ, ਤੇ ਉਹ ਬੰਦਾ ਮੈਂ ਖਾਂਦੀ ਆ। ਇਦਾਂ ਦਾ ਸੀ ਕੁਝ। ਅੱਛਾ, ਤੇ ਹਾਰਰ ਵੀ ਤੁਸੀਂ ਕਿਤੇ ਕਮਾਲ ਹੈ ਵੈਸੇ। ਇੱਦਾਂ ਤੇ ਤੁਸੀਂ ਹੈ ਤਾਂ ਨਹੀਂ ਆ, ਬੜਾ ਔਖਾ ਹੋਇਆ ਹੋਏਗਾ ਮੇਕਅਪ ਮੈਨ ਵੀ ਤੁਹਾਨੂੰ ਆਰਾਮ ਨਾਲ ਕਿੱਦਾਂ ਬਣਾਵਾਂ। ਨਹੀਂ, ਐਸੀ ਗੱਲ ਨਹੀਂ ਹੈ। ਜਦੋਂ ਕਿਰਦਾਰ 'ਚ ਬੰਦਾ ਆ ਜਾਂਦਾ ਉਦੋਂ ਕੋਈ ਮਤਲਬ ਨਹੀਂ ਰਹਿ ਜਾਂਦਾ। ਆਪਣੇ ਅੰਦਰ ਵੀ ਸਾਡੇ ਇਹ ਚੀਜ਼ਾਂ ਹੁੰਦੀਆਂ, ਜਿਹੜੇ ਭਾਵ ਹੈਗੇ ਆ ਨਾ ਅਲੱਗ-ਅਲੱਗ, ਇਹ ਸਾਡੇ ਅੰਦਰ ਹੈਗੇ ਆ। ਨੋਰਮਲੀ ਅਸੀਂ ਕੱਢਦੇ ਨਹੀਂ, ਲੋੜ ਨਹੀਂ ਪੈਂਦੀ, ਲੇਕਿਨ ਜਦੋਂ ਇਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਜਿੱਥੇ ਕੱਢਣ ਦੀ, ਉਦੋਂ ਬੰਦਾ ਕੱਢਦਾ। ਅਦਾਕਾਰੀ ਤੇ ਫਿਰ ਇਹੀ ਹੈ ਨਾ। ਨਿਸ਼ਾ ਜੀ, ਇੱਕ ਇਨਸਾਨ ਨੂੰ ਕੋਈ ਯਾਦ ਇਹੋ ਜਿਹੀ ਹੁੰਦੀ ਹੈ ਜਿਹੜੀ ਕਿ ਉਹਦੇ ਦਿਲ ਦੇ ਅੰਦਰ ਤੱਕ ਵਸੀ ਹੁੰਦੀ ਹੈ। ਜਿਵੇਂ ਕਿ ਮੈਂ ਇਹ ਕਹਾਂ ਕਿ ਮੰਚ ਦੇ ਉੱਤੇ ਜਿਹੜਾ ਮੈਂ ਪਹਿਲਾ ਡਾਇਲੌਗ ਬੋਲਿਆ ਸੀਗਾ, ਮੈਨੂੰ ਅੱਜ ਤੱਕ ਯਾਦ ਹੈ ਵੀ ਮੈਂ ਉਹ ਪਹਿਲੀ ਲਾਈਨ ਕਿਹੜੀ ਬੋਲੀ ਸੀ ਦਰਸ਼ਕਾਂ ਦੇ ਮੁਖਾਤਿਬ ਹੋ ਕੇ। ਜਾਂ ਤੁਹਾਡੇ ਤੁਸੀਂ ਕਿਉਂਕਿ ਇੰਨਾ ਕੁਝ ਕੀਤਾ, ਮਨ 'ਚ ਕੋਈ ਹੁੰਦਾ ਹੈ ਕਿ ਹਾਂ ਯਾਰ ਆਹ ਜਿਹੜੀ ਮੈਂ ਲਾਈਨ ਲਿਖੀ ਸੀ ਨਾ, ਪਤਾ ਨਹੀਂ ਮੇਰੇ ਤੋਂ ਕਿੱਦਾਂ ਲਿਖੀ ਗਈ ਜਾਂ ਸਕਰੀਨ 'ਤੇ ਕਿੱਦਾਂ ਬਣ ਗਿਆ। ਕੋਈ ਐਸੀ ਤੁਹਾਡੇ ਮਨ ਦੇ ਕਰੀਬ ਇਹੋ ਜਿਹਾ ਹੈ ਕਿ ਯਾਰ ਇਹ ਤਾਂ ਮੈਂ ਭੁੱਲ ਹੀ ਨਹੀਂ ਸਕਦੀ ਕਿ ਯਾਰ ਦਿਸ ਵਾਜ਼ ਦਾ ਬਿਗੇਸਟ ਕੰਪਲੀਮੈਂਟ ਜਾਂ ਅਵਾਰਡ। ਕਈ ਵਾਰੀ ਹੁੰਦਾ ਕਿ ਕਿਸੇ ਬੰਦੇ ਨੇ ਤੁਹਾਨੂੰ ਸਿਰਫ ਇੰਨਾ ਆ ਕੇ ਕਿਹਾ ਕਿ ਮੈਮ ਸਲੂਟ ਹੈ ਤੁਹਾਨੂੰ। ਹੋਣਗੇ ਬਹੁਤ ਸਾਰੇ, ਪਰ ਮੈਂ ਇੱਕ ਪੁੱਛ ਰਿਹਾ। ਹਾਂ, ਨਹੀਂ, ਦੇਖੋ ਲਾਈਨਸ ਤਾਂ ਇਸ ਕਰਕੇ ਯਾਦ ਨਹੀਂ ਰਹਿੰਦੀਆਂ ਆਪਣੀਆਂ ਲਿਖੀਆਂ ਹੋਈਆਂ, ਕਿਉਂਕਿ ਉਹ ਲਾਈਨਸ ਨਹੀਂ ਹੁੰਦੀਆਂ ਮਹਿਜ, ਉਹ ਇੱਕ ਮਨ ਦੇ ਉਦਗਾਰ ਹੁੰਦੇ ਆ, ਤੇ ਉਹ ਜਦੋਂ ਅੰਦਰੋਂ ਤੁਹਾਡੇ ਝਲਕਦੇ ਆ ਨਾ, ਉਦੋਂ ਤੁਸੀਂ ਕਾਗਜ਼ ਤੇ ਉਤਾਰ ਲੈਂਦੇ ਆ। ਠੀਕ ਹੈ। ਮਾਨਸ ਮਨ ਤਾਂ ਇਹੋ ਜਿਹਾ ਕਿ ਤੁਸੀਂ ਉਸ ਪਟਲ ਤੋਂ ਝੱਟ ਕੁਝ ਯਾਦ ਵੀ ਆਉਂਦਾ ਤੇ ਮਿਟ ਵੀ ਜਾਂਦਾ ਹੈ ਨਾ। ਅਗਰ ਅਸੀਂ ਉਸੇ ਵੇਲੇ ਕਾਗਜ਼ ਤੇ ਨਹੀਂ ਉਤਾਰਦੇ ਨਾ, ਤੇ ਦੂਸਰੀ ਵਾਰੀ ਜਦੋਂ ਅਸੀਂ ਉਹਨੂੰ ਯਾਦ ਕਰਕੇ ਲਿਖਾਂਗੇ ਤੇ ਥੋੜੇ ਲਫ਼ਜ਼ ਬਦਲ ਜਾਣਗੇ। ਇਸ ਕਰਕੇ ਇੱਦਾਂ ਲਿਖਿਆ ਹੋਇਆ ਤੇ ਕੁਝ ਯਾਦ ਨਹੀਂ ਮੈਨੂੰ। ਹਾਂ, ਕਿਰਦਾਰ ਨਿਭਾਏ ਹੋਏ ਥੋੜੇ ਬਹੁਤ ਯਾਦ ਰਹਿ ਜਾਂਦੇ ਆ, ਉਹ ਕਰ ਲੈਂਦੇ ਆ। ਜਿੱਦਾਂ ਵਿੱਚ ਕਈ ਵਾਰੀ ਮੈਂ ਥੋੜੀ ਤੁਕਬੰਦੀ ਜਿਹਨੂੰ ਕਹਿ ਸਕਦੇ ਆ ਕਿ ਉਹ ਵੀ ਕਰ ਲੈਂਦੀ ਆ, ਤੇ ਉਹ ਇੱਕ ਦੋ ਚੀਜ਼ਾਂ ਮੈਂ ਤੁਹਾਨੂੰ ਸੁਣਾ ਸਕਦੀ ਹਾਂ। ਜ਼ਰੂਰ। ਜਿੱਦਾਂ ਹਕੀਕਤ ਨਾਲ ਜੁੜੀ ਹੋਈ ਇੱਕ ਚੀਜ਼ ਮੈਂ ਲਿਖੀ ਹੈ ਕਿ ਮਾਨਵ ਮਨ तो एक पंछी है, कितना भी उड़े ऊंचाइयों में, आखिर तुझे आना होता है धरती की इन्हीं सच्चाइयों में। तो इदां दी चीज़ां जहन च आ जांदियां जदों, या बहुत कई बारी भैड़े हालात देखते हैं आप अपने आस पास, अपने इत्थे दुनिया च की हो रहा, उदों एक लाइन मेरे मन च उभरदी है, बहुत शर्मिंदा हूँ कि अब तक जिंदा हूँ। इदां दी चीज़ां ते ये तुहाडे मन दी व्यथा ही है, मन दे ही उद्गार है। कदों तुसी की फील करदे हो, जदों तुसी फील कर रहे हुंदे उदों तुसी लिखदे हो, या फिर तुसी कुछ समाज बारे लिखना है, कोई कुरीतियां बारे लिखना है, वो तो चलदियां ही हुंदियां, मैं आपां देखे हुंदे, आपां विचरे हुंदे उन्हां तों, ते वो लिखदे हो। पर ये ना भी जदों तुसी लिख रहे हो
ਮੰਨ ਲਓ ਉਸ ਵੇਲੇ ਤੁਹਾਡੇ ਦਿਮਾਗ ਦੇ ਵਿੱਚ ਇੱਕ ਕਰੈਕਟਰ ਹੈ ਜਿਹੜਾ ਤੁਹਾਨੂੰ ਸੜਕ ਤੇ ਮਿਲਿਆ ਸੀਗਾ, ਤੁਸੀਂ ਉਹਦੇ ਸੰਦਰਭ ਤੇ ਲਿਖ ਰਹੇ ਹੋ, ਪਰ ਤੁਹਾਨੂੰ ਪਤਾ ਹੈ ਕਿ ਇਹ ਰੋਲ ਨਿਭਾਉਣਾ ਤਾਂ ਗੁਰਵਿੰਦਰ ਨੇ ਜਾਂ ਕਿਸੇ ਸਤਿੰਦਰ ਨੇ ਹੈ, ਤੇ ਫਿਰ ਤੁਸੀਂ ਉਹਨੂੰ ਕਿੱਦਾਂ ਮੈਨੇਜ ਕਰਦੇ ਹੋ ਕਿ ਤੁਸੀਂ ਉਹ ਕਰੈਕਟਰ ਜਿਹੜਾ ਸੀ ਉਹਦੇ ਹਿਸਾਬ ਨਾਲ ਲਿਖਦੇ ਹੋ ਜਾਂ ਕਿ ਜਿਹਨੇ ਨਿਭਾਉਣਾ ਹੈ ਉਹਦੇ ਹਿਸਾਬ ਨਾਲ ਲਿਖਦੇ ਹੋ? ਕੈਰੈਕਟਰ ਸੜਕ ਤੇ ਮਿਲਿਆ, ਉਹਨੂੰ ਮੈਂ ਸਿਰਫ ਦੇਖਿਆ, ਉਹਦੀ ਥੋੜੀ ਬਹੁਤ ਆਊਟਲੁੱਕ ਜਿਹੜੀ ਹੈਗੀ ਹੈ ਉਹ ਦੇਖੀ, ਮੈਂ ਉਹਦੇ ਅੰਦਰ ਕੁਝ ਨਹੀਂ ਜਾਣਦੀ। ਜਿੱਦਾਂ ਕਈ ਵਾਰੀ ਸਾਨੂੰ ਮੁਗਾਲਤਾ ਵੀ ਹੋ ਜਾਂਦਾ, ਕਈ ਵਾਰੀ ਅਸੀਂ ਦੇਖਿਆ ਕਿ ਸੜਕਾਂ ਤੇ ਕਈ ਲੋਕ ਅਦਲੇਟੇ, ਕੱਪੜਿਆਂ ਦੀ ਸੈਂਸ ਨਹੀਂ ਪਾਏ ਹੋਏ, ਚਿੱਥੜਿਆਂ ਦੇ ਵਿੱਚ ਲੇਟੇ ਹੁੰਦੇ ਆ, ਹੈ ਨਾ। ਤੇ ਸਾਡਾ ਨਜ਼ਰੀਆ ਪਤਾ ਕੀ ਹੁੰਦਾ, ਸ਼ਰਾਬੀ ਹੋਣਾ, ਨਸ਼ਾ ਕੀਤਾ ਹੋਣਾ, ਉਹ ਬਿਮਾਰ ਵੀ ਹੋ ਸਕਦਾ, ਉਹ ਗਸ਼ ਖਾ ਕੇ ਡਿੱਗਿਆ ਵੀ ਹੋ ਸਕਦਾ। ਇਹ ਕਲਾਕਾਰ ਮਨ ਨਹੀਂ ਸੋਚ ਸਕਦਾ। ਹਾਂ, ਇਹ ਚੀਜ਼ਾਂ ਬਹੁਤ ਤੰਗ ਕਰਦੀਆਂ ਕਿ ਤੁਸੀਂ ਬਿਨਾਂ ਜਾਣੇ ਪਛਾਣੇ ਕਿਸੇ ਨੂੰ ਆਪਣਾ ਨਜ਼ਰੀਆ ਨਾ ਬਣਾਓ। ਇਹ ਮੇਰੇ ਮਨ 'ਚ ਹਮੇਸ਼ਾ ਹੀ ਰਿਹਾ ਕਿ ਤੁਸੀਂ ਅਗਰ ਜਾਣਦੇ ਨਹੀਂ ਤਾਂ ਲਿਖਣ ਦੀ ਹਿੰਮਤ ਨਾ ਕਰੋ ਕਦੇ। ਅੱਛਾ। ਹਾਂ, ਉਹ ਗਲਤ ਵੀ ਹੋ ਸਕਦਾ, ਪਾਪ ਹੋਏਗਾ। ਮੈਂ ਇੱਥੇ ਆਪਣੇ ਦਰਸ਼ਕਾਂ ਨੂੰ, ਕਿਉਂਕਿ ਵਕਤ ਆਲਮੋਸਟ ਲਗਭਗ ਸਾਨੂੰ ਹੁਣ ਕਹਿ ਰਿਹਾ, ਜਦੋਂ ਇਹ ਸਟੂਡੀਓ ਦੇ ਵਿੱਚ ਆਏ ਤਾਂ ਸਟੂਡੀਓ ਦੇ ਵਿੱਚ ਵੀ ਤੁਸੀਂ ਦਰਵਾਜ਼ੇ ਨੂੰ ਵੀ ਮੱਥਾ ਟੇਕਿਆ, ਤੁਸੀਂ ਮੰਚ ਨੂੰ ਵੀ ਮੱਥਾ ਟੇਕਿਆ, ਬਾਕਾਇਦਾ ਤੁਸੀਂ ਚੇਅਰ ਨੂੰ, ਕੈਮਰਿਆਂ ਨੂੰ ਵੀ ਮੱਥਾ ਟੇਕਿਆ। ਇਹ ਜਿਹੜੀ ਇੱਕ ਭਾਵਨਾ ਹੈ, ਇਹ ਭਾਵਨਾ ਉਹ ਸਨ 70-75 ਵਾਲਿਆਂ ਦੇ ਵਿੱਚ ਹੀ ਮੈਨੂੰ ਨਜ਼ਰ ਆਉਂਦੀ ਹੈ। ਅਸੀਂ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਚੀਜ਼ ਨਹੀਂ ਹੈ। ਤੁਸੀਂ ਕਿੱਦਾਂ ਉਹ ਸਮੇਟੇ ਬੈਠੇ ਹੋ? ਕਿਉਂਕਿ ਮੇਰਾ ਮੰਨਣਾ ਹੈ ਕਿ ਸਾਡੇ ਕੋਲੋਂ ਜੋ ਕੁਝ ਵੀ ਚੰਗਾ ਕਰਵਾਉਂਦਾ ਨਾ, ਉਹ ਰੱਬ ਕਰਵਾਉਂਦਾ ਹੈ। ਜੋ ਅਸੀਂ ਗਲਤ ਕਰਦੇ ਹਾਂ ਉਹ ਅਸੀਂ ਆਪ ਕਰਦੇ ਹਾਂ। ਸਾਨੂੰ ਪਤਾ ਹੁੰਦਾ ਹੈ ਰੱਬ ਨੇ ਸਾਨੂੰ ਦਿਮਾਗ ਦਿੱਤਾ ਹੈ, ਅੱਛਾ ਦਿਲ ਦਿੱਤਾ ਹੈ, ਮੈਨੂੰ ਸੋਚਣ ਦੀ ਉਮੀਦ ਹੈ ਸ਼ਕਤੀ ਕਿ ਜੋ ਮੈਂ ਗੱਲਾਂ ਕਰ ਸਕਿਆ ਵਾਂ ਉਹ ਆਪਾਂ ਗੱਲਾਂ ਕੀਤੀਆਂ ਨੇ, ਪਰ ਹੋ ਸਕਦਾ ਕਿ ਤੁਹਾਡੇ ਮਨ 'ਚ ਹੋਵੇ ਕਿ ਯਾਰ ਗੁਰਵਿੰਦਰ ਮੈਨੂੰ ਆਹ ਸਵਾਲ ਤੁਸੀਂ ਪੁੱਛਿਆ ਹੀ ਨਹੀਂ। ਗੁਰਵਿੰਦਰ ਦੇ ਸਵਾਲ ਮੈਂ ਕਿੱਦਾਂ ਜਾਣ ਸਕਦੀ ਹਾਂ? ਪਰ ਤੁਹਾਡੇ ਮਨ 'ਚ ਹੋਵੇ ਕੋਈ ਗੱਲ ਦਰਸ਼ਕਾਂ ਤੱਕ ਜਾਣੀ ਚਾਹੀਦੀ ਹੈ। ਹਾਂ, ਮੈਂ ਦਰਸ਼ਕਾਂ ਨੂੰ ਇਹ ਜ਼ਰੂਰ ਕਹਾਂਗੀ ਕਿ ਕਦੇ ਵੀ ਕਿਸੇ ਬਾਰੇ ਗਲਤ ਨਾ ਸੋਚੋ। ਤੁਸੀਂ ਐਵੇਂ ਧਾਰਨਾ ਬਣਾਉਣੀ ਨਹੀਂ ਚਾਹੀਦੀ। ਉਹੀ ਗੱਲ ਹੈ ਕਿ ਅਗਰ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਤੇ ਉਹਨਾਂ ਦੀ ਇੱਕ ਐਵੇਂ ਆਪਣੀ ਖਿਆਲੀ ਇਮੇਜ ਬਣਾਉਣਾ ਬਹੁਤ ਵੱਡੀ ਮੂਰਖਤਾ ਹੋਏਗੀ। ਇਨਸਾਨ ਤੇ ਮੇਰੇ ਖਿਆਲ ਕਈ ਸਾਲਾਂ, ਕਈ ਵਾਰੀ ਇੱਦਾਂ ਹੁੰਦਾ ਕਿ ਆਪਾਂ ਨਾਲ ਰਹਿੰਦੇ ਹੁੰਦੇ ਹਾਂ ਤਾਂ ਵੀ ਕਿਸੇ ਨੂੰ ਨਹੀਂ ਪਹਿਚਾਨਦੇ। वो किसी ने कहा ना, हर एक आदमी में छिपे रहते हैं 10-20 आदमी, जिसको भी देखना बार बार देखना। और कलाकार च तो 10-20 की 10-20 हज़ार बंदे, और क्योंकि वही एक कलाकार होंदा जिहड़ा कि अपने ही जीवन दे विच बहुत सारे जीवन जी लैंदा है। वो वकील भी बन जाता है, वो डॉक्टर भी बन जाता है, वो कसाई भी बन जाता है। तो अच्छा लगा अज तुसीं साडे स्टूडियो दे विच अपने घर वापस आए हो। मैनूं बहुत अच्छा लगा, सचमुच। बिल्कुल। अच्छा, चलो ये तो साडे वास्ते बहुत ही माण दी गल है। और मैं जिद्दां मैं महसूस किया, मैनूं लगदा साडे दर्शकों ने भी जरूर महसूस किया होगा कि तुहाडे च बिल्कुल अज भी तुसीं बिल्कुल डाउन टू अर्थ, बिल्कुल जमीन दे नाल जुड़े हो, जिद्दां मैं स्टार्टिंग च शुरुआत च भी गल की। साडा ये केंद्र भी तो डाउन टू अर्थ है। ये भी तो साडे वर्गियां नूं वापस कदी ना कदी बुला के साडी याद दवांदा दर्शकां नूं। वाह वाह वाह, साडा फर्ज है। हाँ, ते सानूं आके अच्छा लगदा, उन्हां नूं बुला के अच्छा लग्या होएगा, ये कामना करदी हां मैं। बहुत शुक्रिया तुसीं साडे कोल आए, बहुत बहुत तुहाडा धन्नवाद, बहुत बहुत दर्शकों का भी धन्नवाद।